ਸਤਿ ਸ਼੍ਰੀ ਅਕਾਲ ਜੀ। ਆਪ ਸਭ ਜੀ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਪੋਜ਼ਿਟਿਵ ਵਾਈ ਪੰਜਾਬ ਦੇ ਉੱਤੇ। ਅੱਜ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ ਰਾਜੇ ਪੰਜਾਬੀ ਦੀ ਵਿਆਕਰਨ ਕਲਾਸ ਨੰਬਰ ਹੈ 14 ਤੇ ਬਹੁਤ ਛੋਟੀ ਜੀ ਕਲਾਸ ਹੈ ਪਰ ਕਾਫੀ ਮਹੱਤਵਪੂਰਨ ਹੈ ਐਗਜ਼ਾਮ ਪੁਆਇੰਟ ਆਫ View ਤੋਂ, ਕਿਉਂਕਿ ਇਹਦੇ ਵਿੱਚ ਅਕਸਰ ਬੱਚਿਆਂ ਨੂੰ ਬਹੁਤ ਜ਼ਿਆਦਾ ਕਨਫਿਊਜ਼ਨ ਹੁੰਦੀ ਹੈ। ਅੱਜ ਜਿਹੜੀ ਆਪਾਂ ਟੌਪਿਕ ਕਰਨ ਜਾ ਰਹੇ ਹਾਂ ਰਾਜੇ ਉਹ ਹੈਗਾ ਜੀ ਅਗੇਤਰ ਤੇ ਪਿਛੇਤਰ, ਜਿਹਦੇ ਕਰਕੇ ਬੱਚੇ ਨੂੰ ਇਹ ਮਤਲਬ ਕਿ ਆਇਡੈਂਟੀਫਾਈ ਕਰਨਾ ਬਹੁਤ ਔਖਾ ਹੋ ਜਾਂਦਾ ਹੈ ਕਿ ਇਹ ਅਗੇਤਰ ਹੈ ਜਾਂ ਨਹੀਂ ਹੈਗਾ। ਤਾਂ ਉਹ ਕਿਵੇਂ ਪਤਾ ਚੱਲੂਗਾ ਵੀ ਅਗੇਤਰ ਹੈ ਜਾਂ ਨਹੀਂ, ਜਾਂ ਪਿਛੇਤਰ ਹੈਗਾ ਜਾਂ ਨਹੀਂ ਹੈਗਾ? ਇਹ ਅੱਜ ਦੀ ਕਲਾਸ ਦੇਖਣ ਤੋਂ ਬਾਅਦ ਤੁਹਾਨੂੰ ਸਭ ਕੁਝ ਕਲੀਅਰ ਹੋ ਜਾਊਗਾ। ਤੇ ਦੂਜਾ ਮਾਫੀ ਹੈ ਰਾਜ, ਕਲਾਸ ਬੜੀ ਲੇਟ ਆ ਰਹੀ, ਉਹਦਾ ਕਾਰਨ ਇਹ ਹੈ ਕਿ ਸਿਹਤ ਪ੍ਰੋਬਲਮ ਚੱਲ ਰਹੀ ਹੈ। ਤਾਂ ਡਾਕਟਰ ਨੇ ਕਾਫੀ ਰੈਸਟ ਦੱਸੀ ਹੋਈ ਹੈ, ਪਰ ਫਿਰ ਵੀ ਤੁਹਾਨੂੰ ਪਤਾ ਹੀ ਹੈ ਵੀਡੀਓ ਤੋਂ ਬਿਨਾਂ ਤਾਂ ਮੈਨੂੰ ਜੱਕ ਆਉਂਦੀ ਨਹੀਂ ਗੀ। ਤਾਂ ਇਸ ਕਰਕੇ ਮੈਂ ਇਹ ਜਿੰਨੀ ਕੁ ਮੇਰੇ ਤੋਂ ਕੋਸ਼ਿਸ਼ ਹੁੰਦੀ ਹੈ, ਜਿੰਨਾ ਕੁ ਬੋਡੀ ਅਲਾਉ ਕਰ ਰਹੀ ਹੈ, ਤੇ ਮੈਂ ਤੁਹਾਡੇ ਸਾਹਮਣੇ ਸੇਵਾ ਵਾਸਤੇ ਇੱਕ ਕਲਾਸ ਲੈ ਕੇ ਆਇਆ। ਤਾਂ ਪਲੀਜ਼ ਜੇ ਕਲਾਸ ਵਧੀਆ ਲੱਗੂਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ, ਤੇ ਬਾਕੀ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਜਿਹੜੇ ਬੱਚੇ ਨਵੇਂ ਨੇ। ਠੀਕ ਹੈ, ਤਾਂ ਸਟਾਰਟ ਕਰਦੇ ਰਾਜੇ ਅੱਜ ਦੀ ਆਪਾਂ ਕਲਾਸ ਬਹੁਤ ਵਧੀਆ ਢੰਗ ਦੇ ਨਾਲ ਅਗੇਤਰ ਪਿਛੇਤਰ ਕਰਨੇ ਆ ਰਾਜੇ। ਅਗੇਤਰ ਪਿਛੇਤਰ ਜਿਹਨੂੰ ਤੁਸੀਂ ਅੰਗਰੇਜ਼ੀ ਦੇ ਵਿੱਚ ਪ੍ਰੀਫਿਕਸ ਤੇ ਸੁਫਿਕਸ ਵੀ ਕਹਿ ਦਿੰਦੇ ਆ, ਤੇ ਕਈ ਆਪਾਂ ਨੂੰ ਵਰਡ ਦੇਖਣ ਨੂੰ ਮਿਲਦੇ ਹੁੰਦੇ ਆ ਇਨਫਿਕਸ, ਪਰ ਪੰਜਾਬੀ ਦੇ ਵਿੱਚ ਇਨਫਿਕਸ ਬਹੁਤ ਘੱਟ ਨੇ, ਤਾਂ ਨਾ ਹੀ ਜ਼ਿਆਦਾ ਪੁੱਛੇ ਜਾਂਦੇ ਐਗਜ਼ਾਮ ਦੇ ਵਿੱਚ। ਜਿਹੜੀ ਚੀਜ਼ ਪੁੱਛੀ ਜਾਊਗੀ ਰਾਜੇ ਉਹ ਅਗੇਤਰ ਤੇ ਪਿਛੇਤਰ ਪੁੱਛੀ ਜਾਊਗੀ। ਹੁਣ ਜਿਨ੍ਹਾਂ ਨੇ ਅਗੇਤਰ ਤੇ ਪਿਛੇਤਰ ਤੋਂ ਪਹਿਲਾਂ ਪੁਰਾਣੀ ਕਲਾਸ ਨਹੀਂ ਦੇਖੀ ਆ, ਕਿਰਪਾ ਕਰਕੇ ਉਹ ਪੁਰਾਣੀ ਕਲਾਸ ਦੇਖ ਲਓ, ਜਿਹਦੇ ਵਿੱਚ ਮੈਂ ਕੀ ਕਰਾਇਆ ਹੋਇਆ ਰਾਜੇ, ਤੁਹਾਨੂੰ ਇੱਕ ਮੂਲ ਸ਼ਬਦ ਕਰਵਾਏ ਸੀਗੇ ਤੇ ਇੱਕ ਉਤਪੰਨ ਸ਼ਬਦ ਕਰਵਾਏ ਸੀਗੇ। ਮੂਲ ਸ਼ਬਦ ਵੀ ਕਰਵਾਏ ਸੀਗੇ, ਜਾਂ ਕਹਿ ਸਕਦੇ ਆ ਰਚਿਤ ਸ਼ਬਦ, ਜਿਹੜੇ ਦੂਸਰੀ ਰਚਿਤ ਜਾਂ ਉਤਪੰਨ ਸ਼ਬਦ ਜਿਹੜੇ ਸੀਗੇ ਉਹ ਕਰਵਾਏ ਸੀਗੇ। ਉਹ ਜ਼ਰੂਰ ਦੇਖ ਲਓ, ਉਸ ਤੋਂ ਬਿਨਾਂ ਇਹ ਦੇਖਣ ਦਾ ਕੋਈ ਫਾਇਦਾ ਨਹੀਂ ਹੈਗਾ, ਤੁਹਾਡਾ ਕਲਾਸ ਤੁਹਾਨੂੰ ਕੁਝ ਵੀ ਸਮਝ ਨਹੀਂ ਆਉਣਾਗਾ। ਹੁਣ ਮੂਲ ਸ਼ਬਦ ਉਹ ਹੁੰਦੇ ਜਿਹੜੇ ਆਪਣੇ ਆਪ ਦੇ ਵਿੱਚ ਸੰਪੂਰਨ ਹੁੰਦੇ ਆ, ਜਿਨ੍ਹਾਂ ਦਾ ਸਾਰਥਕ ਮੀਨਿੰਗ ਹੁੰਦਾ ਹੈ, ਆਪਣੇ ਆਪ ਦੇ ਵਿੱਚ ਉਹਨਾਂ ਦਾ ਕੋਈ ਮਤਲਬ ਹੁੰਦਾ ਹੈ। ਤੇ ਰਚਿਤ ਤੇ ਉਤਪੰਨ ਸ਼ਬਦ ਉਹ ਹੁੰਦੇ ਆ ਜਿਹੜੇ ਕਿ ਮੂਲ ਸ਼ਬਦ ਤੋਂ ਬਣਦੇ ਆ। ਠੀਕ ਹੈ, ਹੁਣ ਆਪਾਂ ਗੱਲ ਕਰਦੇ ਹਾਂ ਜੀ ਅਗੇਤਰ ਤੇ ਪਿਛੇਤਰ। ਕਹਿੰਦਾ ਜੀ ਅਗੇਤਰ ਤੇ ਪਿਛੇਤਰ ਸ਼ਬਦਾਂ ਨੂੰ ਸਮਝਣ ਲਈ ਸਭ ਤੋਂ ਪਹਿਲਾਂ ਸਾਨੂੰ ਮੂਲ ਸ਼ਬਦ ਅਤੇ ਰਚਿਤ ਸ਼ਬਦਾਂ ਦੇ ਬਾਰੇ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ। ਕਹਿੰਦਾ ਜੀ ਮੂਲ ਸ਼ਬਦ ਕਿਹੜੇ ਹੁੰਦੇ ਨੇ? ਜਿਹੜੇ ਆਪਣੇ ਆਪ ਦੇ ਵਿੱਚ ਪੂਰਨ ਹੁੰਦੇ ਆ। ਠੀਕ ਹੈ ਜੀ, ਜਿਹੜੇ ਕਿਸੇ ਹੋਰ ਸ਼ਬਦ ਤੋਂ ਨਾਮ ਨਹੀਂ ਬਣਦੇਗੇ। ਠੀਕ ਹੈ ਜੀ, ਨਾ ਆਪਾਂ ਉਹਨਾਂ ਨੂੰ ਤੋੜ ਸਕਦੇ ਆ। ਤਾਂ ਕਹਿਣ ਦਾ ਮਤਲਬ ਕਿਵੇਂ, ਜਿਵੇਂ ਤੁਹਾਨੂੰ ਮੈਂ ਲਾਸਟ ਟਾਈਮ ਦੱਸਿਆ ਸੀ, ਪਿੰਡ, ਘਰ, ਠੀਕ ਹੈ ਜੀ, ਡਰ, ਦਾਲ, ਭਗਤ, ਪੁੱਤਰ, ਮੁੱਖ, ਰੋਗ, ਬਾਲ ਆਦਿ ਬਹੁਤ ਸਾਰੇ ਸ਼ਬਦ ਨੇ ਪੰਜਾਬੀ ਦੇ ਵਿੱਚ ਜਿਹੜੇ ਕਿ ਮੂਲ ਸ਼ਬਦ ਨੇ। ਪਰ ਜੇ ਮੈਂ ਗੱਲ ਕਰਾਂ, ਕਹਿੰਦਾ ਜੀ ਜੋ ਸ਼ਬਦ ਕਿਸੇ ਹੋਰ ਸ਼ਬਦਾਂ ਦੀ ਜਾਂ ਸ਼ਬਦਾਂ ਦੀ ਮਦਦ ਦੇ ਨਾਲ ਬਣਦੇ ਉਹਨੂੰ ਕਹਿ ਦਿੰਦੇ ਆਪਾਂ ਰਚਿਤ ਸ਼ਬਦ ਕਹਿ ਦਿੰਦੇ, ਜਾਂ ਫਿਰ ਉਤਪੰਨ ਸ਼ਬਦ ਕਹਿ ਦਿੰਦੇ ਆ। ਜਿਵੇਂ ਹੁਣ ਇੱਕ ਸ਼ਬਦ ਸੀਗਾ ਰੋਗ, ਉਹਦੇ ਅੱਗੇ ਮੈਂ ਆ ਸ਼ਬਦ ਲਾਤਾ ਤਾਂ ਕੀ ਬਣ ਗਿਆ ਜੀ? ਨਵਾਂ ਸ਼ਬਦ ਆਪਣੇ ਕੋਲ ਨਿਕਲ ਕੇ ਕੀ ਆ ਗਿਆ? ਅਰੋਗ ਨਿਕਲ ਕੇ ਆ ਗਿਆ। ਪਰ ਇੱਕ ਗੱਲ ਦਾ ਧਿਆਨ ਰੱਖਿਓ, ਜਿਹੜੇ ਮੂਲ ਸ਼ਬਦ ਹੁੰਦੇ ਰਾਜੇ ਉਹਨਾਂ ਦਾ ਕੋਈ ਨਾ ਕੋਈ ਮੀਨਿੰਗ ਹੁੰਦਾ ਹੈ, ਤੇ ਜਦੋਂ ਆਪਾਂ ਕੋਈ ਨਵਾਂ ਸ਼ਬਦ ਬਣਾਉਣੇ ਆ, ਰਚਿਤ ਕਰਦੇ ਆ, ਰਚਨਾ ਕਰਦੇ ਆ, ਤਾਂ ਉਹਦਾ ਵੀ ਆਪਣੇ ਆਪ ਦੇ ਵਿੱਚ ਕੋਈ ਨਾ ਕੋਈ ਮੀਨਿੰਗ ਹੋਊਗਾ। ਇਹ ਨਹੀਂ ਹੈਗਾ ਕਿ ਉਹ ਮੀਨਿੰਗਲੈਸ ਹੋਊਗਾ। ਹੁਣ ਜਿਵੇਂ ਘਰ ਹੈ, ਘਰ ਦਾ ਕੋਈ ਨਾ ਕੋਈ ਮੀਨਿੰਗ, ਉਹਦੇ ਅੱਗੇ ਮੈਂ ਬੇ ਲਾਤਾ ਤਾਂ ਬੇਘਰ ਬਣ ਗਿਆ। ਤਾਂ ਬੇਘਰ ਦਾ ਕੋਈ ਨਾ ਕੋਈ ਮੀਨਿੰਗ ਨਿਕਲ ਕੇ ਆ ਰਿਹਾ ਇੱਥੇ ਨਾ। ਬੇਘਰ ਕੌਣ ਹੁੰਦਾ? ਜਿਹਦੇ ਕੋਲ ਘਰ ਨਾ ਹੋਵੇ। ਕਾਲ ਸ਼ਬਦ ਆਪਣੇ ਆਪ ਦੇ ਵਿੱਚ ਕੀ ਹੈ? ਇੱਕ ਮੀਨਿੰਗ ਹੈ, ਪਰ ਮੈਂ ਕਹਤਾ ਅਕਾਲ। ਅਕਾਲ ਉਹ ਜਿਹੜਾ ਕਦੇ ਮਰਦਾ ਨਹੀਂਗਾ, ਅਮਰ ਹੈ। ਠੀਕ ਹੈ, ਜਿਹਨੂੰ ਕਾਲ ਮਾਰ ਨਹੀਂ ਸਕਦਾ। ਤਾਂ ਕਹਿਣ ਦਾ ਮਤਲਬ ਇਹ ਤਾਂ ਮੈਂ ਪਿਛਲੀ ਕਲਾਸ ਦੇ ਵਿੱਚ ਤੁਹਾਨੂੰ ਕਰਾਤਾ ਸੀ ਰਾਜੇ, ਮੂਲ ਸ਼ਬਦ ਕੀ ਹੁੰਦਾ ਹੈ ਤੇ ਰਚਿਤ ਸ਼ਬਦ ਕੀ ਹੁੰਦੇ ਆ। ਹੁਣ ਆਪਾਂ ਗੱਲ ਕਰਦੇ ਹਾਂ ਜੀ ਨੈਕਸਟ, ਜਿਹੜੀ ਆਪਣਾ ਅੱਜ ਦਾ ਟੌਪਿਕ ਹੈਗਾ ਅਗੇਤਰ ਤੇ ਪਿਛੇਤਰ। ਪਹਿਲਾਂ ਆਪਾਂ ਗੱਲ ਕਰਾਂਗੇ ਜੀ ਅਗੇਤਰ ਦੀ ਗੱਲ ਕਰਦੇ ਹਾਂ। ਐਗਜ਼ਾਮ ਦੇ ਵਿੱਚ ਸਿੰਪਲ ਆ ਜਾਂਦਾ ਹੁੰਦਾ ਅਗੇਤਰ ਸ਼ਬਦ ਆਇਡੈਂਟੀਫਾਈ ਕਰੋ, ਜਾਂ ਕਿਹੜਾ ਲਿਖਿਆ ਵਿੱਚੋਂ ਅਗੇਤਰ ਹੈਗਾ ਹੈ, ਕਿਹੜਾ ਨਹੀਂ ਹੈਗਾ, ਜਾਂ ਕਿਹੜਾ ਸ਼ਬਦ ਕਿਹੜੇ ਅਗੇਤਰ ਨਾਲ ਲੱਗ ਕੇ ਬਣਿਆ ਹੋਇਆ। ਤਾਂ ਬਹੁਤ ਸੌਖਾ ਹੁੰਦਾ ਰਾਜੇ, ਇਹਦੇ ਵਿੱਚੋਂ ਘੱਟੋ ਘੱਟ 2 ਜਾਂ 3 ਨੰਬਰ ਦਾ ਕੁਐਸਚਨ ਪੱਕਾ ਹੁੰਦਾ ਹਰ ਐਗਜ਼ਾਮ ਦੇ ਵਿੱਚ, ਕਿਸੇ ਲੈਵਲ ਦਾ ਵੀ ਐਗਜ਼ਾਮ ਤੁਸੀਂ ਚੱਕ ਲਓ। ਹੁਣ ਗੱਲ ਕਰਦੇ, ਕਹਿੰਦਾ ਜੀ, ਕਹਿੰਦਾ ਉਪਰੋਕਤ ਸ਼ਬਦ ਰਚਨਾ ਤੋਂ ਬਾਅਦ ਉਹ ਸ਼ਬਦ ਆਉਂਦੇ ਹਨ ਜਿਨ੍ਹਾਂ ਨੂੰ ਮੂਲ ਸ਼ਬਦਾਂ ਦੇ ਅੱਗੇ ਉਹ ਚਿੰਨ੍ਹ ਜਾਂ ਅੱਖਰ ਲੱਗ ਜਾਣ ਜਿਸ ਨਾਲ ਲੱਗ ਕੇ ਸ਼ਬਦ ਦੀ ਨਵੀਂ ਰਚਨਾ ਕਰ ਦੇਵੇ। ਕਹਿਣ ਦਾ ਮਤਲਬ ਆਪਣੇ ਕੋਲੇ ਅਗਰ ਕੋਈ ਮੂਲ ਸ਼ਬਦ ਹੈਗਾ, ਉਹਦੇ ਅੱਗੇ, ਅਗੇਤਰ ਦਾ ਮਤਲਬ ਕੀ ਹੈ ਰਾਜੇ? ਅੱਗੇ। ਕਿਸੇ ਮੂਲ ਸ਼ਬਦ ਦੇ ਅੱਗੇ ਕੋਈ ਆਪਾਂ ਅਜਿਹਾ ਸ਼ਬਦ ਲਗਾ ਦਈਏ ਜਿਹਦੇ ਨਾਲ ਕੀ ਹੋ ਜਾਵੇ, ਆਪਣੇ ਕੋਲੇ ਇੱਕ ਨਵਾਂ ਸ਼ਬਦ ਨਿਕਲ ਕੇ ਆ ਜਾਵੇ, ਇੱਕ ਨਵਾਂ ਸ਼ਬਦ ਦੀ ਕੀ ਹੋ ਜਾਵੇ, ਰਚਨਾ ਹੋ ਜਾਵੇ। ਠੀਕ ਹੈ ਜੀ, ਤਾਂ ਹੁਣ ਜਿਵੇਂ ਮੈਂ ਇੱਥੇ ਗੱਲ ਕਰਾਂ ਮਾਨ, ਠੀਕ ਹੈ ਜੀ, ਮਾਨ ਸ਼ਬਦ ਦੇ ਅੱਗੇ ਮੈਂ ਕੀ ਪਾਤਾ? ਅਪ ਪਾਤਾ, ਤੇ ਕੀ ਬਣ ਗਿਆ ਜੀ? ਨਵਾਂ ਸ਼ਬਦ ਆਪਣੇ ਕੋਲ ਕੀ ਨਿਕਲ ਕੇ ਆ ਗਿਆ? ਅਪਮਾਨ ਆ ਗਿਆ। ਤਾਂ ਜਿਹੜਾ ਇੱਥੇ ਅਪ ਹੈਗਾ ਰਾਜੇ ਆਪਣੇ ਕੋਲ ਕੀ ਬਣ ਗਿਆ? ਅਗੇਤਰ ਬਣ ਗਿਆ। ਜਿਵੇਂ ਇੱਕ ਦੇਸ਼ ਹੈ, ਦੇਸ਼ ਸ਼ਬਦ ਹੈ, ਪਰ ਉਹਦੇ ਅੱਗੇ ਮੈਂ ਪਰ ਲਾਤਾ ਤਾਂ ਕੀ ਬਣ ਗਿਆ? ਪ੍ਰਦੇਸ਼ ਬਣ ਗਿਆ। ਇਹ ਤਾਂ ਬਹੁਤ ਸੌਖਾ, ਤੁਹਾਨੂੰ ਦੇਖਣ ਨੂੰ ਬਹੁਤ ਸੌਖਾ ਲੱਗ ਰਿਹਾ ਹੋਊਗਾ, ਪਰ ਇੱਕ ਗੱਲ ਦਾ ਧਿਆਨ ਰੱਖਣਾ ਰਾਜੇ, ਜਿਹੜੇ ਸ਼ਬਦ ਨਵੇਂ ਬਣਨਗੇ ਉਹ ਕੀ ਹੋਣਗੇ? ਸਾਰਥਕ ਹੋਣਗੇ। ਠੀਕ ਹੈ, ਸਾਰਥਕ ਦਾ ਮਤਲਬ ਹੁੰਦਾ ਕੋਈ ਨਾ ਕੋਈ ਉਹਨਾਂ ਦਾ ਮੀਨਿੰਗ ਹੋਊਗਾ। ਤੇ ਦੂਜੀ ਗੱਲ ਇਹ ਧਿਆਨ ਰੱਖਣੀ ਹੈ ਰਾਜੇ, ਜਿਹੜੇ ਇਹ ਅੱਗੇ ਲੱਗੇ ਆ ਤੁਹਾਡੇ ਅਗੇਤਰ, ਇਹਨਾਂ ਦਾ ਮੀਨਿੰਗ ਹੋ ਵੀ ਸਕਦਾ, ਇਹ ਸਾਰਥਕ ਹੋ ਵੀ ਸਕਦੇ ਆ, ਨਹੀਂ ਵੀ ਹੋ ਸਕਦੇ, ਜ਼ਰੂਰੀ ਨਹੀਂ ਹੈਗਾ। ਇਹ ਸਾਰਥਕ ਹੋ ਵੀ ਸਕਦੇ ਆ, ਨਹੀਂ ਵੀ ਹੋ ਸਕਦੇ, ਪਰ ਜਿਹੜੇ ਮੂਲ ਸ਼ਬਦ ਹੋਣਗੇ
ਤੇ ਜਿਹੜੇ ਸ਼ਬਦ ਨਿਕਲ ਕੇ ਆਉਣਗੇ ਰਾਜੇ ਇਹ ਹਮੇਸ਼ਾ ਸਾਰਥਕ ਹੋਣਗੇ। ਜੇ ਸਾਰਥਕ ਨਹੀਂ ਹੈਗੇ, ਠੀਕ ਹੈ ਜੀ, ਤਾਂ ਕੀ ਹੋ ਜਾਊਗਾ ਜੀ, ਇਹ ਅਗੇਤਰ ਨਹੀਂ ਹੈਗੇ ਤੁਹਾਡੇ। ਇਹ ਕਿਵੇਂ ਆਇਡੈਂਟੀਫਾਈ ਕਰਨਾ ਨੈਕਸਟ ਸਲਾਈਡ ਦੇ ਵਿੱਚ ਦੱਸਦਾ। ਇਹੀ ਸਭ ਤੋਂ ਇੰਪੋਰਟੈਂਟ ਚੀਜ਼ ਅੱਜ ਦੀ ਵੀਡੀਓ ਦੀ, ਵੀ ਆਪਾਂ ਆਇਡੈਂਟੀਫਾਈ ਕਿਵੇਂ ਕਰਾਂਗੇ ਵੀ ਅਗੇਤਰ ਹੈਗੇ ਆ ਜਾਂ ਨਹੀਂ ਹੈਗਾ, ਜਾਂ ਕੋਈ ਸ਼ਬਦ ਆਪਾਂ ਨੂੰ ਦਿੱਤਾ ਗਿਆ ਉਹਦੇ ਅੱਗੇ ਅਗੇਤਰ ਲੱਗਿਆ ਜਾਂ ਨਹੀਂ ਲੱਗਿਆ, ਇਹ ਆਪਾਂ ਨੂੰ ਕਿਵੇਂ ਪਤਾ ਲੱਗੂਗਾ। ਤਾਂ ਇਹ ਆਪਾਂ ਨੂੰ ਬਹੁਤ ਸੌਖੇ ਢੰਗ ਨਾਲ ਪਤਾ ਲੱਗ ਸਕਦਾ ਰਾਜੇ। ਉਹਦੇ ਵਾਸਤੇ ਆਪਾਂ ਦੋ ਤਿੰਨ ਗੱਲਾਂ ਦਾ ਧਿਆਨ ਰੱਖਣਾ। ਪਹਿਲਾਂ ਧਿਆਨ ਰੱਖਣ ਯੋਗ ਗੱਲ ਕੀ ਆ, ਕਹਿੰਦਾ ਜੀ ਅਗੇਤਰ ਸ਼ਬਦ ਵੀ ਸਾਰਥਕ ਹੋ ਸਕਦੇ ਆ। ਜਿਹੜੇ ਮੈਂ ਅਗੇਤਰ ਲਾਉਣਾ ਕਿਸੇ ਸ਼ਬਦ ਦੇ ਅੱਗੇ, ਮੂਲ ਸ਼ਬਦ ਦੇ ਅੱਗੇ ਕੋਈ ਅਗੇਤਰ ਲੱਗਿਆ ਹੋਊਗਾ ਰਾਜੇ, ਉਹ ਵੀ ਸਾਰਥਕ ਹੋ ਸਕਦਾ, ਉਹਦਾ ਵੀ ਆਪਣੇ ਆਪ ਦੇ ਵਿੱਚ ਕੋਈ ਮੀਨਿੰਗ ਹੋ ਸਕਦਾ ਹੈ। ਪਰ ਜਿਹੜੇ ਮੂਲ ਸ਼ਬਦਾਂ ਦੇ ਨਾਲ ਜੋੜਿਆ ਜਾਂਦਾ ਰਾਜੇ, ਤਾਂ ਉਹ ਵੀ ਸਾਰਥਕ ਹੁੰਦੇ ਆ। ਮੂਲ ਸ਼ਬਦ ਤਾਂ ਹੁੰਦੇ ਸਾਰਥਕ ਹਮੇਸ਼ਾ, ਤੁਹਾਨੂੰ ਪਤਾ ਹੀ ਹੈ, ਪਰ ਇਹਨਾਂ ਦੇ ਜੋੜ ਤੋਂ ਜਿਹੜਾ ਨਵਾਂ ਸ਼ਬਦ ਬਣਦਾ ਰਾਜੇ, ਉਹ ਹਮੇਸ਼ਾ ਸਾਰਥਕ ਹੋਊਗਾ। ਇਹ ਗੱਲ ਦਾ ਖਾਸ ਧਿਆਨ ਰੱਖਣਾ। ਇਹ ਹਮੇਸ਼ਾ ਅੱਗੇ ਲੱਗਦੇ ਆ। ਪਹਿਲਾ ਰੂਲ ਤਾਂ ਇਹ ਯਾਦ ਰੱਖਣਾ ਕਿ ਸਭ ਤੋਂ ਕੀ ਆ ਜੀ, ਅਗੇਤਰ ਕੀ ਲੱਗਦੇ ਨੇ, ਅੱਗੇ ਲੱਗਦੇ ਨੇ। ਦੂਜਾ ਜੀ ਇਹ ਵੀ ਸਾਰਥਕ ਹੋ ਸਕਦੇ ਆ। ਤੀਜਾ ਜਿਹੜੇ ਸ਼ਬਦ ਇਹਨਾਂ ਤੋਂ ਬਣ ਗਏ ਆ ਉਹ 101% ਸਾਰਥਕ ਹੋਣਗੇ। ਸਾਰਥਕ ਦਾ ਮੀਨਿੰਗ ਹੁੰਦਾ ਉਹਨਾਂ ਦਾ ਕੋਈ ਨਾ ਕੋਈ ਮੀਨਿੰਗ ਹੋਊਗਾ, ਉਹ ਮੀਨਿੰਗਲੈਸ ਨਹੀਂ ਹੋ ਸਕਦੇ। ਹੁਣ ਮੈਂ ਗੱਲ ਕਰਾਂ, ਇੱਥੇ ਇੱਕ ਸ਼ਬਦ ਹੈਗਾ ਜੀ ਨਿਰਵੈਰ। ਤਾਂ ਨਿਰਵੈਰ ਕਿਵੇਂ ਬਣਿਆ ਜੀ, ਨਿਰ ਕੀ ਲੱਗਾ ਉਹਦੇ ਅੱਗੇ ਅਗੇਤਰ ਲੱਗਿਆ ਹੋਇਆ, ਵੈਰ ਕੀ ਹੈ ਜੀ, ਮੂਲ ਸ਼ਬਦ। ਵੈਰ ਦਾ ਮਤਲਬ ਹੁੰਦਾ ਦੁਸ਼ਮਣੀ, ਤਾਂ ਵੈਰ ਆਪਣੇ ਆਪ ਦੇ ਵਿੱਚ ਕੀ ਆ, ਸਾਰਥਕ ਹੈ। ਪਰ ਇੱਥੇ ਜਿਹੜਾ ਨਿਰ ਹੈਗਾ ਇਹਦਾ ਵੀ ਆਪਣੇ ਆਪ ਦੇ ਵਿੱਚ ਕੋਈ ਨਾ ਕੋਈ ਮੀਨਿੰਗ ਹੈਗਾ। ਨਿਰ ਦਾ ਮਤਲਬ ਹੁੰਦਾ ਬਿਨਾ, ਠੀਕ ਹੈ, ਜਿਵੇਂ ਆਪਾਂ ਕਹਿੰਦੇ ਨਿਰਵੈਰ, ਠੀਕ ਹੈ ਜੀ, ਨਿਰਭਉ, ਠੀਕ ਹੈ। ਨਿਰ ਕਾਹਦੇ ਵਾਸਤੇ ਲੱਗਦਾ, ਮਤਲਬ ਕਿ ਬਿਨਾਂ ਵਾਸਤੇ ਲੱਗਦਾ, ਵਿਰੋਧੀ ਵਾਸਤੇ ਲੱਗਦਾ। ਅੱਗੇ ਆਪਾਂ ਗੱਲ ਕਰੀਏ ਜਿਵੇਂ ਦੇਸ਼, ਦੇਸ਼ ਦਾ ਮਤਲਬ ਹੁੰਦਾ ਇਲਾਕਾ, ਪਰ ਮੈਂ ਉਹਦੇ ਵਿੱਚ ਪਰ ਲਾਤਾ, ਪਰ ਦਾ ਮਤਲਬ ਹੁੰਦਾ ਪਰਾਇਆ, ਤਾਂ ਪਰਦੇਸ, ਠੀਕ ਹੈ ਜੀ, ਪਰਦੇਸੀ। ਜਿਵੇਂ ਆ ਕੀ ਹੁੰਦਾ ਜੀ, ਨਾਂਹਵਾਚੀ ਹੁੰਦਾ, ਆ ਸਹਿ, ਆ ਟੁੱਟ। ਤਾਂ ਕਹਿਣ ਦਾ ਮਤਲਬ ਕਈ ਵਾਰੀ ਅਗੇਤਰ ਦਾ ਵੀ ਮੀਨਿੰਗ ਹੁੰਦਾ ਹੈ, ਅਗੇਤਰ ਵੀ ਸਾਰਥਕ ਹੋ ਸਕਦੇ ਆ, ਪਰ ਜਿਹੜੇ ਮੂਲ ਸ਼ਬਦ ਹੈ ਤੇ ਉਤਪੰਨ ਸ਼ਬਦ ਹੈਗੇ ਆ ਉਹ ਹਮੇਸ਼ਾ ਕੀ ਹੋਣਗੇ, ਤੁਹਾਡੇ ਸਾਰਥਕ ਹੋਣਗੇ। ਤਾਂ ਇਹ ਆਪਾਂ ਕਹਿ ਸਕਦੇ ਹਾਂ, ਇਸ ਤਰ੍ਹਾਂ ਆਪਾਂ ਆਇਡੈਂਟੀਫਾਈ ਕਰ ਸਕਦੇ ਆ ਅਗੇਤਰ ਕਿਹੜਾ ਹੈਗਾ, ਅਗੇਤਰ ਕਿਹੜਾ ਨਹੀਂ ਹੈਗਾ। ਹੁਣ ਤੁਹਾਨੂੰ ਮੈਂ ਕੁਝ ਸ਼ਬਦ ਦਿਖਾਉਣਾ ਹੈ, ਤੁਸੀਂ ਉੱਥੋਂ ਆਇਡੈਂਟੀਫਾਈ ਕਰਨ ਦੀ ਕੋਸ਼ਿਸ਼ ਕਰਨੀ ਹੈ ਵੀ ਉਹ ਅਗੇਤਰ ਹੈਗੇ ਆ ਜਾਂ ਨਹੀਂ ਹੈਗੇ। ਹੁਣ ਗੱਲ ਕਰਦੇ ਹਾਂ ਜੀ, ਜਿਵੇਂ ਇੱਥੇ ਲਿਖਿਆ ਹੋਇਆ ਬਦਤਮੀਜ਼, ਠੀਕ ਹੈ ਜੀ। ਜਦੋਂ ਮੈਂ ਬਦਤਮੀਜ਼ ਨੂੰ ਤੋੜ ਕੇ ਦੇਖਦਾ, ਹਮੇਸ਼ਾ ਤੁਸੀਂ ਤੋੜ ਕੇ ਦੇਖਣਾ ਹੈ, ਬਦ ਪਲੱਸ ਤਮੀਜ਼, ਠੀਕ ਹੈ ਜੀ। ਜਿਹੜਾ ਬਦ ਪਲੱਸ ਤਮੀਜ਼ ਹੈ ਰਾਜੇ, ਜਿਹੜਾ ਤਮੀਜ਼ ਸ਼ਬਦ ਹੈਗਾ, ਹੁਣ ਦੇਖੋ ਆ ਅਗੇਤਰ ਹੈ। ਅਗੇਤਰ ਸਾਰਥਕ ਹੋਵੇ ਜਾਂ ਨਾ ਹੋਵੇ ਆਪਾਂ ਨੂੰ ਕੋਈ ਲੈਣਾ ਦੇਣਾ ਨਹੀਂ ਹੈਗਾ, ਇਹ ਹੋ ਵੀ ਸਕਦਾ ਨਹੀਂ ਵੀ ਹੋ ਸਕਦਾ, ਪਰ ਇਹ ਜਿਹੜਾ ਮੂਲ ਸ਼ਬਦ ਹੈ ਤੇ ਆਹ ਸ਼ਬਦ ਇਹ ਸਾਰਥਕ ਹੋਣੇ ਜ਼ਰੂਰੀ ਹੈ। ਤਾਂ ਮੂਲ ਸ਼ਬਦ ਤਮੀਜ਼ ਦਾ ਮਤਲਬ ਹੁੰਦਾ, ਤਮੀਜ਼ ਦਾ ਮਤਲਬ ਕੀ ਹੁੰਦਾ, ਕਾਮਨ ਸੈਂਸ ਜਿਹਨੂੰ ਆਪਾਂ ਕਹਿ ਦਿੰਦੇ ਆ, ਠੀਕ ਹੈ। ਤਮੀਜ਼ ਤੇ ਬਦਤਮੀਜ਼ ਦੋਨਾਂ ਦਾ ਕੋਈ ਨਾ ਕੋਈ ਮੀਨਿੰਗ ਨਿਕਲ ਕੇ ਆ ਰਿਹਾ, ਤਾਂ ਮਤਲਬ ਕੀ ਹੈ ਕਿ ਇਹ ਅਗੇਤਰ ਹੈ। ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗੀ, ਇਹ ਸ਼ਬਦ ਅਗੇਤਰ ਹੈਗਾ। ਹੁਣ ਜਿਵੇਂ ਬਦਨਾਮ, ਠੀਕ ਹੈ, ਨਾਮ ਕੀ ਹੈ, ਜਿਵੇਂ ਆਪਾਂ ਕਹਿ ਦਿੰਦੇ ਹਾਂ ਨਾਮ, ਠੀਕ ਹੈ ਜੀ। ਬਦਨਾਮ ਮਤਲਬ ਕਿ ਉਹਦਾ ਕੋਈ ਵੀ ਇੱਜ਼ਤ ਨਹੀਂ ਹੈਗੀ, ਬਦਨਾਮ ਹੈ, ਤਾਂ ਇਹ ਆਪਾਂ ਕਹਿ ਸਕਦੇ ਹਾਂ ਇਹ ਆਪਣੇ ਆਪ ਦੇ ਵਿੱਚ ਅਗੇਤਰ ਹੈ। ਹੁਣ ਤੁਸੀਂ ਆਇਡੈਂਟੀਫਾਈ ਕਰਨਾ ਜਿਹੜੇ ਮੈਂ ਆਹ ਸ਼ਬਦ ਲਿਖੇ ਆ ਵੀ ਅਗੇਤਰ ਹੈਗੇ ਕਿ ਨਹੀਂ ਹੈਗੇ। ਹੁਣ ਮੈਂ ਇੱਕ ਸ਼ਬਦ ਲਿਖਿਆ ਨਿਡਰ, ਤੁਸੀਂ ਮੈਨੂੰ ਦੱਸਣਾ, ਤੁਸੀਂ ਆਪਣੇ ਦਿਮਾਗ 'ਚ ਸੋਚੋ, ਮੈਂ ਇੱਥੇ ਯੈਸ ਜਾਂ ਨੋ ਲਿਖੂੰਗਾ, ਜਾਂ ਟਿਕ ਮਾਰੂੰਗਾ ਜਾਂ ਕ੍ਰਾਸ ਮਾਰ ਦਿੰਦਾ, ਇਹ ਦੱਸੋ ਤੁਸੀਂ ਅਗੇਤਰ ਹੈਗਾ ਕਿ ਨਹੀਂ ਹੈਗਾ। ਤਾਂ ਇਹਨੂੰ ਮੈਂ ਜਦੋਂ ਨਿਡਰ ਨੂੰ ਤੋੜਿਆ, ਨੇ ਪਲੱਸ ਡਰ, ਤਾਂ ਡਰ ਜਿਹੜਾ ਮੀਨਿੰਗ ਹੈਗਾ ਰਾਜੇ, ਇਹ ਕੀ ਬਣ ਗਿਆ, ਤੁਹਾਡਾ ਮੂਲ ਸ਼ਬਦ ਬਣ ਗਿਆ। ਡਰ ਦਾ ਆਪਣੇ ਆਪ ਦੇ ਵਿੱਚ ਮੀਨਿੰਗ ਹੈ, ਤੇ ਜਿਹੜਾ ਉਤਪੰਨ ਸ਼ਬਦ ਹੈ, ਜਿਹੜਾ ਆਪਾਂ ਅਗੇਤਰ ਬਣਾਇਆ ਰਾਜੇ, ਅਗੇਤਰ ਬਣਾ ਕੇ ਜਿਹੜਾ ਸ਼ਬਦ ਆਪਾਂ ਉਤਪੰਨ ਕੀਤਾ, ਰਚਿਤ ਕੀਤੀ ਹੈ, ਰਚਨਾ ਕੀਤੀ ਹੈ, ਉਹਦਾ ਵੀ ਮੀਨਿੰਗ ਨਿਕਲ ਰਿਹਾ। ਨੇ ਡਰ ਦਾ ਮਤਲਬ ਹੁੰਦਾ ਜਿਹੜਾ ਡਰਦਾ ਨਹੀਂਗਾ, ਤਾਂ ਕਹਿਣ ਦਾ ਮਤਲਬ ਇਹ ਕੀ ਬਣ ਗਿਆ, ਤੁਹਾਡਾ ਅਗੇਤਰ ਬਣ ਗਿਆ। ਤਾਂ ਮਤਲਬ ਯੈਸ, ਇਹ ਬਿਲਕੁਲ ਓਕੇ ਹੈ। ਹੁਣ ਗੱਲ ਕਰੀਏ ਬਦਤਮੀਜ਼ ਦੀ, ਗੱਲ ਕਰਦੇ ਹਾਂ ਆਪਾਂ ਬਦਤਮੀਜ਼ ਦੀ। ਵੈਸੇ ਮੈਂ ਉੱਪਰ ਦੱਸ ਚੁੱਕਿਆ ਬਦਤਮੀਜ਼ ਕੀ ਹੈ, ਤੁਹਾਡਾ ਅਗੇਤਰ ਹੈ। ਹੁਣ ਗੱਲ ਕਰਦੇ ਹਾਂ ਜੀ ਨਿਮਰਤਾ, ਇਹ ਰਾਜੇ ਅਗੇਤਰ ਨਹੀਂ ਹੈਗਾ, ਇਹ ਆਪਣੇ ਆਪ ਦੇ ਵਿੱਚ ਕੀ ਹੈ, ਸੰਪੂਰਨ ਸ਼ਬਦ ਹੈ। ਨਿਮਰਤਾ ਦਾ ਆਪਣੇ ਆਪ ਦੇ ਵਿੱਚ ਮੀਨਿੰਗ ਹੈ। ਹੁਣ ਜੇ ਮੈਨੂੰ ਤੋੜਦਾ ਨੀ ਪਲੱਸ ਮਰਤਾ, ਹੁਣ ਜਿਹੜਾ ਮੂਲ ਸ਼ਬਦ ਹੈ ਮਰਤਾ, ਉਹਦਾ ਕੋਈ ਨਾ ਕੋਈ ਮੀਨਿੰਗ ਨਹੀਂ ਨਿਕਲ ਰਿਹਾ, ਪਰ ਮੂਲ ਸ਼ਬਦ ਦਾ ਮੀਨਿੰਗ ਨਿਕਲਣਾ ਚਾਹੀਦਾ। ਇਹ ਹਮੇਸ਼ਾ ਕੀ ਹੋਣਾ ਚਾਹੀਦਾ, ਸਾਰਥਕ ਹੋਣਾ ਚਾਹੀਦਾ, ਪਰ ਇਹ ਸਾਰਥਕ ਨਹੀਂ ਹੈਗਾ, ਤਾਂ ਇਸ ਕਰਕੇ ਇਹ ਕੀ ਅਗੇਤਰ ਨਹੀਂ ਹੈਗਾ। ਹਾਂ ਇਹ ਪਿਛੇਤਰ ਹੋ ਸਕਦਾ ਰਾਜੇ, ਕਿਉਂ ਪਿਛੇਤਰ ਕਿਵੇਂ ਬਣੂਗਾ, ਪਿਛੇਤਰ ਜਿਹੜਾ ਪਿੱਛੇ ਲੱਗ ਜੂਗਾ, ਨਿਮਰ ਪਲੱਸ ਤਾ, ਉਹ ਬਾਅਦ ਦੀ ਗੱਲ ਕਰਾਂਗੇ ਆਪਾਂ ਪਿਛੇਤਰ ਦੀ। ਫਿਲਹਾਲ ਦੀ ਘੜੀ ਇਹ ਅਗੇਤਰ ਨਹੀਂ ਹੈਗਾ, ਆਪਾਂ ਅਗੇਤਰ ਆਇਡੈਂਟੀਫਾਈ ਕਰ ਰਹੇ ਹਾਂ, ਇਹ ਪਿਛੇਤਰ ਬਣ ਸਕਦਾ। ਹੁਣ ਗੱਲ ਕਰੀਏ ਬਦਮਾਸ਼, ਠੀਕ ਹੈ ਜੀ। ਹੁਣ ਬਦ ਪਲੱਸ ਮਾਸ਼, ਹੁਣ ਮਾਸ਼ ਜਿਹੜਾ ਹੈਗਾ ਇਹਦਾ ਕੋਈ ਵੀ ਮੀਨਿੰਗ ਨਹੀਂ ਹੈਗਾ, ਮਾਸ ਦਾ ਤਾਂ ਹੁੰਦਾ ਲੇਕਿਨ ਮਾਸ਼ ਦਾ ਕੋਈ ਵੀ ਮੀਨਿੰਗ ਨਹੀਂ ਹੈਗਾ, ਤਾਂ ਕਹਿਣ ਦਾ ਮਤਲਬ ਇਹ ਅਗੇਤਰ ਨਹੀਂ ਹੈਗਾ। ਹੁਣ ਤੁਹਾਨੂੰ ਜੇ ਕੋਈ ਪੁੱਛੂਗਾ ਨਾ ਕਿ ਬਦਮਾਸ਼ ਸ਼ਬਦ ਦੇ ਵਿੱਚ ਅਗੇਤਰ ਕਿਹੜਾ, ਉੱਥੇ ਆਪਸ਼ਨਾਂ ਦਿੱਤੀਆਂ ਹੋਣਗੀਆਂ, ਥੱਲੇ ਲਿਖਿਆ ਹੋਊਗਾ ਕੋਈ ਵੀ ਨਹੀਂ ਹੈਗਾ, ਤਾਂ ਕੋਈ ਵੀ ਨਹੀਂ ਹੈਗਾ ਜਿਹੜਾ ਹੈਗਾ ਰਾਈਟ ਆਨਸਰ ਆਊਗਾ। ਇਹ ਜ਼ਰੂਰੀ ਨਹੀਂ ਹੈਗਾ ਵੀ ਤੁਹਾਨੂੰ ਜਿਹੜਾ ਸ਼ਬਦ ਦਿੱਤਾ ਹੋਊਗਾ ਉਹਦੇ ਵਿੱਚ ਕੋਈ ਨਾ ਕੋਈ ਅਗੇਤਰ ਲੱਗਿਆ ਹੀ ਹੋਵੇ, ਬਸ ਇਹੀ ਦਿਮਾਗ ਚੈੱਕ ਕਰਨਾ ਤੁਹਾਡਾ ਐਗਜ਼ਾਮੀਨਰ ਨੇ। ਹੁਣ ਜਿਹੜਾ ਅਰੋਗ ਸ਼ਬਦ ਹੈ, ਤੁਸੀਂ ਆਪਣੇ ਦਿਮਾਗ 'ਚ ਸੋਚੋ ਅਗੇਤਰ ਹੈਗਾ ਕਿ ਨਹੀਂ ਹੈਗਾ। ਸੌਰੀ, ਦੇਖੋ ਆਪਾਂ ਇਹਨੂੰ ਅਲੱਗ ਕਰ ਲੈਣਾ ਵਰਡ ਨੂੰ, ਆ ਪਲੱਸ ਰੋਗ, ਆ ਵੀ ਇਹਦਾ ਵੀ ਮੀਨਿੰਗ ਨਿਕਲ ਰਿਹਾ। ਆ ਦਾ ਮਤਲਬ ਤੁਹਾਨੂੰ ਮੈਂ ਦੱਸਿਆ ਵੀ ਓਪੋਜ਼ਿਟ ਹੁੰਦਾ ਹੈ, ਰੋਗ ਦਾ ਮੀਨਿੰਗ ਆਪਾਂ ਬਸ ਮੂਲ ਸ਼ਬਦ ਦੇਖਣਾ ਹੈ,
ਤਾਂ ਰੋਗ ਦਾ ਆਪਣੇ ਆਪ ਦੇ ਵਿੱਚ ਕੋਈ ਨਾ ਕੋਈ ਮੀਨਿੰਗ ਹੈਗਾ। ਇਹਦਾ ਮਤਲਬ ਕੀ ਹੈ ਕਿ ਇਹ ਕੀ ਨੇ, ਅਗੇਤਰ ਹੈਗਾ, ਬਿਲਕੁਲ ਓਕੇ ਹੈ। ਹੁਣ ਲਾਡਲਾ, ਹੁਣ ਲਾਡਲਾ ਦੇਖੋ, ਲਾ ਪਲਸ ਡਲਾ, ਡਲਾ ਸ਼ਬਦ ਕੋਈ ਵੀ ਨਹੀਂ ਹੁੰਦਾ ਰਾਜੇ, ਡਲਾ ਦਾ ਕੋਈ ਮੀਨਿੰਗ ਨਹੀਂ ਹੈਗਾ। ਕਹਿਣ ਦਾ ਮਤਲਬ ਇਹ ਅਗੇਤਰ ਨਹੀਂ ਹੈਗਾ, ਇਹ ਆਪਣੇ ਆਪ ਦੇ ਵਿੱਚ ਸੰਪੂਰਨ ਸ਼ਬਦ ਹੈ, ਤਾਂ ਇਹ ਅਗੇਤਰ ਨਹੀਂ ਹੈਗਾਗਾ। ਅਨਹੋਂਦ, ਤਾਂ ਹੋਂਦ ਆਪਣੇ ਆਪ ਦੇ ਵਿੱਚ ਸ਼ਬਦ ਹੈਗਾ ਰਾਜੇ, ਤਾਂ ਇਹ ਅਗੇਤਰ ਹੈਗਾ। ਤਾਂ ਮੈਨੂੰ ਲੱਗਦਾ ਵੀ ਹੁਣ ਤੁਸੀਂ ਇਹਨੂੰ ਬਹੁਤ ਸੌਖੇ ਢੰਗ ਨਾਲ ਕਰ ਸਕਦੇ ਆ। ਤੁਹਾਡੇ ਦਿਮਾਗ ਦੇ ਵਿੱਚ ਕੋਈ ਕਨਫਿਊਜ਼ਨ ਨਹੀਂ ਰਹਿਣੀ ਚਾਹੀਦੀ ਵੀ ਕੋਈ ਸ਼ਬਦ ਤੁਹਾਡੇ ਸਾਹਮਣੇ ਆ ਜਾਵੇ, ਤੁਸੀਂ ਉਹਨੂੰ ਤੋੜ ਲੈਣਾ, ਤੋੜ ਕੇ ਤੁਸੀਂ ਜਿਹੜਾ ਮੂਲ ਸ਼ਬਦ ਹੈ ਉਹਦਾ ਮੀਨਿੰਗ ਦੇਖਣਾ। ਜੇ ਤਾਂ ਉਹਦਾ ਮੀਨਿੰਗ ਨਿਕਲ ਰਿਹਾ ਤੇ ਜਿਹੜਾ ਉਤੋਂ ਉਤਪੰਨ ਸ਼ਬਦ ਹੋਇਆ ਉਹਦਾ ਮੀਨਿੰਗ ਨਿਕਲ ਰਿਹਾ, ਤਾਂ ਕਹਿਣ ਦਾ ਮਤਲਬ ਉਹ ਅਗੇਤਰ ਹੈ। ਅਦਰਵਾਈਜ਼ ਉਹ ਅਗੇਤਰ ਨਹੀਂ ਹੈਗਾ, ਉਹ ਅਗੇਤਰ ਦੀ ਕੈਟਾਗਰੀ 'ਚ ਨਹੀਂ ਆਉਂਦਾ, ਉਹ ਆਪਣੇ ਆਪ ਦੇ ਵਿੱਚ ਇੱਕ ਮੂਲ ਸ਼ਬਦ ਹੈ। ਠੀਕ ਹੈ ਜੀ। ਤਾਂ ਚਲੋ ਜੀ, ਨੈਕਸਟ ਤੁਹਾਨੂੰ ਆਪਾਂ ਹੋਰ ਗੱਲ ਕਰਦੇ ਹਾਂ, ਤੁਸੀਂ ਹੋਰ ਦਿਮਾਗ ਥੋੜਾ ਟੈਸਟ ਕਰ ਲੈਂਦੇ ਆ। ਹੁਣ ਤੁਸੀਂ ਮੈਨੂੰ ਦੱਸਣਾ ਇਹਨਾਂ ਵਿੱਚੋਂ ਕਿਹੜਾ ਅਗੇਤਰ ਹੈਗਾ, ਕਿਹੜਾ ਨਹੀਂ ਹੈਗਾ। ਅਪਸ਼ਗਨ, ਹੁਣ ਤੁਸੀਂ ਇਹਨੂੰ ਤੋੜ ਲਓ ਰਾਜੇ, ਤੋੜ ਕੇ ਕੀ ਬਣ ਜੂਗਾ, ਅਪ ਬਣ ਜੂਗਾ ਪਲੱਸ ਕੀ ਬਣ ਜੂਗਾ ਜੀ, ਸ਼ਗਨ ਬਣ ਜੂਗਾ। ਤਾਂ ਸ਼ਗਨ ਦਾ ਆਪਣੇ ਆਪ ਦੇ ਵਿੱਚ ਕੋਈ ਨਾ ਕੋਈ ਮੀਨਿੰਗ ਹੁੰਦਾ। ਕਹਿਣ ਦਾ ਮਤਲਬ ਇਹ ਕੀ ਹੋ ਗਿਆ ਜੀ, ਆਪਣਾ ਓਕੇ, ਇਹ ਅਗੇਤਰ ਹੈ। ਅਪਸਰਾ, ਹੁਣ ਅਪ ਪਲੱਸ ਸਰਾ, ਹੁਣ ਸਰਾਂ ਹੁੰਦਾ ਰਾਜੇ, ਸਰਾ ਨਹੀਂ ਹੁੰਦਾਗਾ। ਕਈ ਬੱਚੇ ਦਿਮਾਗ 'ਚ ਇਹ ਆ ਰਹੀ ਹੋਊਗੀ ਸਰਾਂ, ਸਰਾਂ ਤਾਂ ਰਾਜੇ ਹੁੰਦਾ ਮੀਨਿੰਗ ਹੁੰਦਾ, ਲੇਕਿਨ ਬਿੰਦੀ ਨਹੀਂ ਹੈਗੀ ਇੱਥੇ। ਤਾਂ ਕਹਿਣ ਦਾ ਮਤਲਬ ਇਹ ਅਗੇਤਰ ਨਹੀਂ ਹੈਗਾ ਰਾਜੇ, ਇਹ ਆਪਣੇ ਆਪ ਦੇ ਵਿੱਚ ਸੰਪੂਰਨ ਆ, ਅਪਸਰਾ। ਠੀਕ ਹੈ। ਕਮਰਾ, ਹੁਣ ਜੇ ਆਪਾਂ ਗੱਲ ਕਰੀਏ ਕਮ ਪਲੱਸ ਰਾ, ਤਾਂ ਕੋਈ ਵੀ ਨਹੀਂ ਹੈਗਾ, ਕੰਮ ਪੂਰਾ ਉੱਤੇ ਟਿੱਪੀ ਵੀ ਨਹੀਂ ਹੈਗੀ, ਤਾਂ ਇਹ ਆਪਣੇ ਆਪ ਦੇ ਵਿੱਚ ਕੀ ਅਗੇਤਰ ਨਹੀਂ ਹੈਗਾ। ਕਮਜ਼ੋਰ, ਇਹ ਅਗੇਤਰ ਹੈਗਾ ਰਾਜੇ, ਕਿਉਂ ਹੈਗਾ, ਕਿਉਂਕਿ ਕਮ ਪਲੱਸ ਜ਼ੋਰ, ਜੇ ਮੈਂ ਜ਼ੋਰ ਦੀ ਗੱਲ ਕਰਾਂ, ਜਿਹੜਾ ਸ਼ਬਦ ਉਤਪੰਨ ਹੋਇਆ ਕਮਜ਼ੋਰ, ਉਹਦਾ ਵੀ ਮੀਨਿੰਗ ਹੈਗਾ, ਇਕੱਲੇ ਜ਼ੋਰ ਦਾ ਵੀ ਮੀਨਿੰਗ ਹੈਗਾ। ਤਾਂ ਇਹ ਕੀ ਬਣ ਗਿਆ ਜੀ, ਤੁਹਾਡਾ ਅਗੇਤਰ ਬਣ ਗਿਆ। ਹੁਣ ਬਦਲਾ, ਤੁਸੀਂ ਆਪਣੇ ਦਿਮਾਗ ਸੋਚੋ ਵੀ ਇਹ ਬਣ ਸਕਦਾ ਬਦਲਾ, ਨਹੀਂ ਜੀ, ਇਹ ਵੀ ਅਗੇਤਰ ਨਹੀਂ ਹੈਗਾ, ਕਿਉਂਕਿ ਬ ਪਲੱਸ ਦਲਾ, ਦਲਾ ਨਾ ਕੁਝ ਵੀ ਨਹੀਂ ਹੁੰਦਾ ਭਾਈ, ਤਾਂ ਇਹ ਅਗੇਤਰ ਨਹੀਂ ਹੈਗਾ। ਬਦ ਸੂਰਤ, ਇਹ ਸੋਚੋ ਤੁਸੀਂ ਦਿਮਾਗ ਦੇ ਵਿੱਚ, ਬਦ ਪਲੱਸ ਸੂਰਤ, ਬਦ ਪਲੱਸ ਸੂਰਤ, ਤਾਂ ਸੂਰਤ ਤਾਂ ਹੁੰਦੀ ਹੈ ਭਾਈ, ਤੁਹਾਡੀ ਸਾਰਿਆਂ ਦੀ ਸ਼ਕਲ ਹੈਗੀ ਹੈ। ਤਾਂ ਕਹਿਣ ਦਾ ਮਤਲਬ ਇਹ ਕੀ ਬਣ ਗਿਆ ਜੀ, ਅਗੇਤਰ। ਉਪਵਾਕ, ਇਹ ਤਾਂ ਨਾਮ ਤੋਂ ਹੀ ਕਲੀਅਰ ਹੋ ਗਿਆ, ਵਾਕ ਸ਼ਬਦ ਲੱਗ ਗਿਆ, ਉਪ ਲੱਗ ਗਿਆ, ਇਹ ਅਗੇਤਰ ਬਣ ਗਿਆ। ਉਪਰੋਕਤ, ਉਪਰੋਕਤ ਕੀ ਹੈ ਰਾਜੇ, ਜਿਹੜਾ ਉਪਰੋਕਤ ਸ਼ਬਦ ਹੈ, ਉਪਰੋਕਤ, ਅਗਰ ਇਹਨੂੰ ਮੈਂ ਤੋੜਾਂ ਤਾਂ ਰਾਜੇ ਉਪ ਪਲੱਸ ਰੋਕਤ, ਰੋਕਤ ਦਾ ਕੋਈ ਮੀਨਿੰਗ ਨਹੀਂ ਹੈਗਾ। ਕਹਿਣ ਦਾ ਮਤਲਬ ਇਹ ਅਗੇਤਰ ਨਹੀਂ ਹੈਗਾ। ਤਾਂ ਇਹ ਪ੍ਰੈਕਟਿਸ ਦੇ ਨਾਲ ਹੀ ਆਊਗਾ ਰਾਜੇ। ਦੇਖੋ, ਤੁਹਾਨੂੰ ਮੈਂ ਵੱਧ ਤੋਂ ਵੱਧ ਪ੍ਰੈਕਟਿਸ ਕਰਾਉਣ ਦੀ ਕੋਸ਼ਿਸ਼ ਕਰੂੰਗਾ। ਬਾਕੀ ਤੁਸੀਂ ਕੋਈ ਬੁੱਕ ਫੋਲੋ ਕਰ ਸਕਦੇ ਹੋ, 10th ਕਲਾਸ ਦੀ ਬੁੱਕ ਆਉਂਦੀ ਹੈ ਲੇਖ ਤੇ ਰਚਨਾ, ਉਹ ਵੀ ਫੋਲੋ ਕਰ ਸਕਦੇ ਹੋ। ਡੁੱਗਲ ਦੀ ਬੁੱਕ ਆਉਂਦੀ, ਉਹ ਵੀ ਫੋਲੋ ਕਰ ਸਕਦੇ ਹੋ। ਬਾਕੀ ਮੈਂ ਵੀ ਤੁਹਾਨੂੰ ਪ੍ਰੋਵਾਈਡ ਕਰ ਦੂੰਗਾ, ਜਦੋਂ ਮੈਂ ਤੁਹਾਨੂੰ ਪੇਡ ਵਾਲੇ ਦਊਂਗਾ MCQ ਦੇ ਨਾਲ ਇਹ PDF ਤੁਹਾਨੂੰ ਮਿਲ ਜੂਗੀ। ਚਲੋ ਜੀ, ਇਹ ਤਾਂ ਹੋ ਗਿਆ ਤੁਹਾਡੇ ਦਿਮਾਗ ਦਾ ਟੈਸਟ। ਆਪਾਂ ਅਗੇਤਰ ਬਹੁਤ ਚੰਗੀ ਤਰ੍ਹਾਂ ਕਰ ਲਿਆ। ਅਗੇਤਰ ਹੁੰਦਾ ਕੀ ਹੈ, ਸ਼ਬਦ ਦੇ ਅੱਗੇ ਲੱਗਦਾ ਹੈ, ਉਹਦਾ ਆਪਣਾ ਮੂਲ ਸ਼ਬਦ ਦਾ ਕੋਈ ਨਾ ਕੋਈ ਸਾਰਥਕ ਮੀਨਿੰਗ ਹੋਊਗਾ, ਜਿਹੜਾ ਸ਼ਬਦ ਉਤਪੰਨ ਹੋ ਰਿਹਾ ਉਹਦਾ ਵੀ ਮੀਨਿੰਗ ਹੋਊਗਾ। ਤੇ ਆਪਾਂ ਕਿਵੇਂ ਆਇਡੈਂਟੀਫਾਈ ਕਰ ਸਕਦੇ ਹਾਂ ਅਗੇਤਰ ਨੂੰ, ਇਹ ਵੀ ਤੁਹਾਨੂੰ ਮੈਂ ਬਹੁਤ ਵਧੀਆ ਢੰਗ ਨਾਲ ਕਰਾਤਾ। ਹੁਣ ਕੁਝ ਸ਼ਬਦ ਇਦਾਂ ਦੇ ਹੁੰਦੇ ਆ ਜਿਹੜੇ ਆਪਾਂ ਨੂੰ ਪੇਪਰ ਦੇ ਵਿੱਚ ਬਹੁਤ ਕਨਫਿਊਜ਼ ਕਰਦੇ ਆ। ਹੁਣ ਜਿਵੇਂ ਮਹਾ, ਮਹਾ ਦਾ ਮਤਲਬ ਹੁੰਦਾ ਵੱਡਾ। ਹੁਣ ਇੱਥੇ ਲਿਖਿਆ ਮਹਾਰਾਜਾ, ਤਾਂ ਆਪਾਂ ਨੂੰ ਪਤਾ ਲੱਗ ਗਿਆ ਯਾਰ ਵੀ ਮਹਾ ਪਲੱਸ ਰਾਜਾ, ਮਹਾ ਪਲੱਸ ਰਾਜਾ ਕੀ ਬਣ ਗਿਆ, ਅਗੇਤਰ ਬਣ ਗਿਆ। ਪਰ ਜਦੋਂ ਮਹਾਤਮਾ ਲਿਖਦੇ ਆ ਆਪਾਂ, ਮਹਾਤਮਾ, ਆਪਾਂ ਕਹਿੰਦੇ ਯਾਰ ਨਹੀਂ, ਇਹਦੇ ਵਿੱਚ ਜੇ ਮੈਂ ਮਹਾ ਅਲੱਗ ਕਰ ਦਵਾਂ ਪਲੱਸ ਤਾਮਾ, ਤਮਾ ਨਹੀਂ ਹੁੰਦਾ ਰਾਜੇ, ਇਹਦੇ ਵਿੱਚ ਆਤਮਾ ਹੀ ਆਊਗਾ, ਕਿਉਂਕਿ ਸਾਇਲੈਂਟ ਹੁੰਦਾ ਹੈ ਆੜਾ। ਤਾਂ ਮਹਾ ਪਲੱਸ ਆਤਮਾ ਕੀ ਬਣ ਜੂਗਾ ਰਾਜੇ, ਤੁਹਾਡਾ ਮਹਾਤਮਾ ਬਣ ਜੂਗਾ। ਹੁਣ ਦੇਖੋ, ਜਿਹੜੇ ਇਦਾਂ ਦੇ ਜਿਹੜੇ ਹੁੰਦੇ ਆ ਵੱਖਰੇ ਸ਼ਬਦ ਹੁੰਦੇ ਆ, ਜਿਹਨੂੰ ਆਪਾਂ ਕਹਿ ਦਿੰਦੇ ਆ, ਠੀਕ ਹੈ ਜੀ, ਮੈਂ ਸ਼ਬਦ ਭੁੱਲ ਗਿਆ ਦਿਮਾਗ 'ਚ ਕੀ ਕਹਿੰਦੇ ਹੁੰਦੇ, ਮਿਸਲੇਨੀਅਸ। ਜਿਹੜੇ ਮਿਸਲੇਨੀਅਸ ਸ਼ਬਦ ਹੁੰਦੇ ਆ, ਜਿਹੜੇ ਵੱਖਰੇ ਸ਼ਬਦ ਹੁੰਦੇ ਆ, ਉਹ ਪੇਪਰ 'ਚ ਤੰਗ ਕਰਦੇ ਆ। ਮਹਾ ਪਲੱਸ ਆਤਮਾ ਬਣਦਾ ਰਾਜੇ ਮਹਾਤਮਾ। ਮਹਾ ਪਲੱਸ ਮਹਾਜਨ, ਮਹਾ ਪਲੱਸ ਜਨ ਮਹਾਜਨ, ਮਹਾ ਪਲੱਸ ਰਾਣੀ ਮਹਾਰਾਣੀ, ਮਹਾਰਾਸ਼ਟਰ, ਮਹਾਂਪੁਰਖ, ਮਹਾਂਭਾਰਤ, ਮੁੱਖ ਅਧਿਆਪਕ, ਮੁੱਖ ਮੰਤਰੀ, ਮੁੱਖ ਸੰਪਾਦਕ। ਤਾਂ ਇਦਾਂ ਦੇ ਸ਼ਬਦ ਆਪਾਂ ਨੂੰ ਦੇਖਣ ਨੂੰ ਮਿਲਣਗੇ। ਸਾਰੇ ਅਗੇਤਰ ਨੇ ਜਿਹੜੇ ਆ ਲਿਖੇ ਹੋਏ ਰਾਜੇ, ਤਾਂ ਸਾਰੇ ਅਗੇਤਰ ਨੇ। ਇਹ ਤਾਂ ਮੈਂ ਅਗੇਤਰਾਂ ਦੀ ਐਗਜ਼ਾਮਪਲ ਚੱਕੀ ਹੋਈ ਹੈ। ਤਾਂ ਕਹਿਣ ਦਾ ਮਤਲਬ ਇਸ ਤਰ੍ਹਾਂ ਤੁਸੀਂ ਉੱਥੇ ਕਨਫਿਊਜ਼ ਨਹੀਂ ਹੋਣਾਗਾ। ਤਾਂ ਕੁਝ ਸ਼ਬਦ ਇਦਾਂ ਦੇ ਹੈਗੇ ਜਿਹੜੇ ਮਿਸਲੇਨੀਅਸ ਨੇ। ਹੁਣ ਤੁਹਾਨੂੰ ਮੈਂ ਅਗੇਤਰ ਵਾਲੇ ਜ਼ਿਆਦਾ ਤਾਂ ਨਹੀਂ, ਕੁਝ ਸ਼ਬਦ ਪੜਾਉਣ ਦੀ ਕੋਸ਼ਿਸ਼ ਕਰਦਾ। ਜਿਵੇਂ ਅਣ ਵਾਲੇ ਸ਼ਬਦ ਹੁੰਦੇ ਆ, ਅਣ ਵਾਲੇ ਦੇ ਵਿੱਚ ਕੀ ਆ ਜਾਂਦਾ, ਅਨਪੜ੍ਹ, ਅਣਬਣ, ਅਣਗਿਣਤ, ਅਣਜਾਣ। ਇਹ ਤਾਂ ਬਹੁਤ ਸੌਖਾ, ਕਿਉਂਕਿ ਅਨ ਪਲੱਸ ਪੜ੍ਹ, ਪੜ੍ਹ ਦਾ ਮੀਨਿੰਗ ਹੈ, ਅਣਬਣ ਦਾ ਵੀ ਮੀਨਿੰਗ ਹੈ, ਅਣਗਿਣਤ ਦਾ ਵੀ ਮੀਨਿੰਗ ਹੈ, ਅਣਜਾਣ ਦਾ ਵੀ ਮੀਨਿੰਗ ਹੈ। ਅੱਧ, ਅਧਵਾਟੇ ਦਾ ਵੀ ਮੀਨਿੰਗ ਹੈ, ਅਧਰਿੱਝਾ, ਅਪਸ਼ਬਦ, ਅਪਮਾਨ, ਠੀਕ ਹੈ ਜੀ। ਅਣਡਿੱਠਾ, ਅਣਬਣ, ਅਣਥੱਕ, ਕੁਰੂਪ, ਕਪੁੱਤਰ, ਕੁਰੀਤੀ, ਕੁਚੱਜ, ਖੜ, ਖੜਤਾਲ, ਖੜਪੈਂਚ, ਠੀਕ ਹੈ। ਇਹ ਸ਼ਬਦ ਜਿਹੜੇ ਹੈਗੇ ਆ ਇਸ ਤਰ੍ਹਾਂ ਬਣਦੇ ਆ। ਧਨ ਤੋਂ ਬਣ ਗਿਆ ਧਨਵੰਤ, ਧਨਵਾਨ, ਧਨ ਭਾਗ, ਭਾਵ। ਨਹਿ ਤੋਂ ਬਣ ਗਿਆ ਨਹਿਫਲ, ਨਹਿਚਲ, ਨਿਰਵਿਘਨ, ਠੀਕ ਹੈ, ਨਿਰਮਲ,
ਅੱਗੇ ਬਣ ਗਿਆ ਜੀ ਪਰ ਤੋਂ ਪਾਦੇਸ਼, ਪਰ ਧਨ, ਪਰ ਇਸਤਰੀ। ਬੱਬੇ ਤੋਂ ਬਣ ਗਿਆ ਜਿੰਨੇ ਮਰਜ਼ੀ ਬਣਾ ਲਓ, ਬੇਡੌਲ, ਬੇਸੂਲ, ਬੇਪਰਵਾਹ, ਬੇਦਖਲ, ਬੇਸ਼ਰਮ, ਬੇਅਸਰ, ਬੇਰਹਿਮ। ਮਨ ਤੋਂ ਬਣ ਗਿਆ ਮਨ ਚਲਾ, ਲਾ ਤੋਂ ਬਣ ਗਿਆ ਲਾ ਲਾਜ, ਲਾਚਾਰ, ਲਾਪਰਵਾਹ, ਲਵਾਰਸ। ਬੱਬੇ ਤੋਂ ਬਣ ਗਿਆ ਵਾਵੇ ਤੋਂ ਵਿਕਾਰ, ਵਿਜੋਗ, ਵਿਅਰਥ, ਵਿਕਾਸ। ਤਾਂ ਕਹਿਣ ਦਾ ਮਤਲਬ ਇਸ ਤਰ੍ਹਾਂ ਆਪਾਂ ਨੂੰ ਅਗੇਤਰ ਸ਼ਬਦ ਆਉਣਗੇ, ਠੀਕ ਹੈ। ਉਹ ਹੁਣ ਤੁਹਾਡੀ ਕਿਸਮਤ ਦੇ ਉੱਪਰ ਹੈ ਕਿ ਸੌਖਾ ਸ਼ਬਦ ਆਉਂਦਾ ਕਿ ਔਖਾ ਆਉਂਦਾ ਹੈ, ਪਰ ਤੁਹਾਨੂੰ ਮੈਂ ਤਰੀਕਾ ਦੱਸਦਾ ਵੀ ਆਇਡੈਂਟੀਫਾਈ ਕਰਨਾ। ਬਾਕੀ ਕੁਛ ਇਦਾਂ ਦੇ ਹੈਗੇ ਆ, ਜਿਵੇਂ ਉਪ ਤੋਂ ਬਣ ਜਾਂਦਾ ਜੀ ਉਪ ਰਾਸ਼ਟਰਪਤੀ, ਉਪ ਮੁੱਖ ਮੰਤਰੀ, ਉਪ ਨਾਮ, ਉਪ ਸਹਾਇਕ। ਆ ਤੋਂ ਬਣ ਜਾਂਦਾ ਅਭੁੱਲ, ਅਸੰਖ, ਅਮੋੜ, ਅਕਾਲ। ਤਾਂ ਇਸ ਤਰ੍ਹਾਂ ਆਪਾਂ ਬਣਾ ਸਕਦੇ ਹਾਂ। ਅਜੇ ਬਹੁਤ ਸਾਰੇ ਜਿਹੜੇ ਸ਼ਬਦ ਹੈਗੇ ਆ ਇਹ ਆਪਣੇ ਕੋਲੇ ਕੀ ਨੇ, ਅਗੇਤਰ ਦੇ ਤੌਰ ਤੇ ਵਰਤੇ ਜਾਂਦੇ ਆ। ਤੁਸੀਂ ਈਜ਼ੀਲੀ ਇਹਨੂੰ ਆਇਡੈਂਟੀਫਾਈ ਕਰ ਸਕਦੇ ਹੋ। ਹੁਣ ਗੱਲ ਕਰਦੇ ਹਾਂ ਆਪਾਂ ਪਿਛੇਤਰ ਦੀ। ਪਿਛੇਤਰ ਦੇਖੋ ਨਾਮ ਤੋਂ ਕਲੀਅਰ ਹੈ, ਜਿਹੜਾ ਮੂਲ ਸ਼ਬਦ ਦੇ ਕੀ ਲੱਗਦਾ, ਪਿੱਛੇ ਲੱਗਦਾ, ਉਹਨੂੰ ਕੀ ਕਹਿ ਦਾਂਗੇ ਆਪਾਂ, ਪਿਛੇਤਰ ਕਹਿ ਦਾਂਗੇ। ਤਾਂ ਜਿਹੜਾ ਮੂਲ ਸ਼ਬਦਾਂ ਦੇ ਪਿੱਛੇ ਜੁੜ ਕੇ ਇੱਕ ਸਾਰਥਕ ਨਵਾਂ ਸ਼ਬਦ ਬਣਾਉਂਦੇ ਨੇ ਉਹਨੂੰ ਕੀ ਕਹਿ ਦਿੰਦੇ ਆਪਾਂ, ਪਿਛੇਤਰ ਕਹਿ ਦਿੰਦੇ ਆ ਰਾਜੇ। ਸਾਰਥਕ ਸ਼ਬਦ ਹੋਣਾ ਚਾਹੀਦਾ ਹੈ। ਜਿਹੜਾ ਸ਼ਬਦ ਨਵਾਂ ਬਣੂਗਾ, ਨਵੀਂ ਰਚਨਾ ਹੋਊਗੀ ਸ਼ਬਦ ਦੀ, ਉਹਦਾ ਹਮੇਸ਼ਾ ਕੋਈ ਨਾ ਕੋਈ ਮੀਨਿੰਗ ਹੋਊਗਾ। ਪਰ ਇੱਥੇ ਧਿਆਨ ਰੱਖਣ ਯੋਗ ਗੱਲ ਉਹੀ ਹੈ, ਸੇਮ ਪਿਛੇਤਰ ਸ਼ਬਦ ਵੀ ਸਾਰਥਕ ਹੋ ਸਕਦੇ ਆ, ਨਹੀਂ ਵੀ ਹੋ ਸਕਦੇ। ਪਰ ਜਿਹੜੇ ਮੂਲ ਸ਼ਬਦ ਹੋਣਗੇ ਰਾਜੇ ਉਹ ਹਮੇਸ਼ਾ ਕੀ ਹੋਣਗੇ, ਸਾਰਥਕ ਹੋਣਗੇ। ਤੇ ਜਿਹੜਾ ਨਵਾਂ ਸ਼ਬਦ ਬਣੂਗਾ ਉਹ ਵੀ ਹਮੇਸ਼ਾ ਕੀ ਹੋਊਗਾ, ਸਾਰਥਕ ਹੋਊਗਾ। ਤਾਂ ਹੁਣ ਗੱਲ ਕਰਦੇ ਹਾਂ ਜੀ ਆਪਾਂ ਦੁਕਾਨਦਾਰ। ਇਹ ਸ਼ਬਦ ਆਪਾਂ ਨਵਾਂ ਬਣਾਇਆ ਦੁਕਾਨਦਾਰ। ਇਹ ਕਿੱਥੋਂ ਬਣਿਆ, ਦੁਕਾਨ ਸ਼ਬਦ ਤੋਂ ਬਣਿਆ ਪਲੱਸ ਦਾਰ ਤੋਂ ਬਣਿਆ। ਪਿਛੇਤਰ ਕੀ ਲਾਇਆ ਆਪਾਂ, ਦਾਰ ਲਾਇਆ। ਪਿਛੇਤਰ ਚਾਹੇ ਮੀਨਿੰਗ ਨਿਕਲੇ ਚਾਹੇ ਨਾ ਨਿਕਲੇ, ਆਪਾਂ ਨੂੰ ਇਹਦੇ ਨਾਲ ਲੈਣਾ ਦੇਣਾ ਨਹੀਂ ਹੈਗਾ। ਬਟ ਦੇਖੋ ਮੂਲ ਸ਼ਬਦ ਦੁਕਾਨ ਦਾ ਆਪਣੇ ਆਪ ਚ ਮੀਨਿੰਗ ਹੈ, ਸ਼ਰਮ ਦਾ ਆਪਣੇ ਆਪ ਚ ਮੀਨਿੰਗ ਹੈ, ਲਾਭ ਦਾ ਆਪਣੇ ਆਪ ਚ ਮੀਨਿੰਗ ਹੈ। ਹੁਣ ਦੇਖੋ ਸ਼ਰਮ ਪਲੱਸ ਇੱਲਾ ਕੀ ਬਣ ਗਿਆ, ਸ਼ਰਮੀਲਾ। ਹੁਣ ਇੱਲਾ ਇਹਦਾ ਇੱਥੇ ਈੜੀ ਨਹੀਂ ਵਿੱਚ ਪਾਉਣੀ, ਈੜੀ ਸਾਇਲੈਂਟ ਹੈ ਇੱਥੇ। ਸ਼ਰਮ ਪਲੱਸ ਇੱਲਾ ਸ਼ਰਮੀਲਾ। ਲਾਭ ਪਲੱਸ ਕਾਰੀ ਲਾਭਕਾਰੀ। ਤਾਂ ਕੁਝ ਚੀਜ਼ਾਂ ਧਿਆਨ ਰੱਖਣੀਆਂ, ਆਇਡੈਂਟੀਫਾਈ ਕਰਨੀਆਂ ਪੈਣਗੀਆਂ ਤੁਹਾਨੂੰ। ਤਾਂ ਆਈ ਹੋਪ ਤੁਸੀਂ ਇਹ ਜਿਹੜੇ ਹੈਗੇ ਸਾਰੇ ਕੀ ਨੇ, ਤੁਹਾਡੇ ਪਿਛੇਤਰ ਨੇ। ਹੁਣ ਧਿਆਨ ਰੱਖਣ ਯੋਗ ਗੱਲ ਇਹੀ ਹੈ ਰਾਜੇ, ਕਹਿੰਦਾ ਜੀ ਪਿਛੇਤਰ ਹਮੇਸ਼ਾ ਮੂਲ ਸ਼ਬਦਾਂ ਦੇ ਨਾਲ ਹੀ ਜੋੜੇ ਜਾਂਦੇ ਆ। ਇਹਨਾਂ ਤੋਂ ਬਣਨ ਵਾਲਾ ਨਵਾਂ ਸ਼ਬਦ ਵੀ ਸਾਰਥਕ ਹੁੰਦਾ ਹੈ। ਜੇ ਅਜਿਹਾ ਨਹੀਂ ਹੋ ਰਿਹਾ, ਸਾਰਥਕ ਨਹੀਂ ਬਣ ਰਿਹਾ ਰਾਜੇ, ਤਾਂ ਉਹ ਨਹੀਂ ਗਿਣਿਆ ਜਾਊਗਾ, ਕਿਹਦੇ ਵਿੱਚ, ਪਿਛੇਤਰ ਦੇ ਵਿੱਚ ਨਹੀਂ ਗਿਣਿਆ ਜਾਊਗਾ। ਹੁਣ ਮੈਂ ਜੇ ਗੱਲ ਕਰਾਂ, ਦੇਖੋ ਜਿਵੇਂ ਗੁਣ ਪਲੱਸ ਵਾਣ, ਗੁਣਵਾਨ। ਤਾਂ ਇਹਦੇ ਗੁਣ ਦਾ ਵੀ ਮੀਨਿੰਗ ਹੈਗਾ, ਗੁਣਵਾਨ ਦਾ ਵੀ ਹੈਗਾ। ਬਲ ਤੇ ਬਲਵਾਨ ਦੋਵਾਂ ਦਾ ਮੀਨਿੰਗ ਨਿਕਲ ਰਿਹਾ। ਧਨ ਤੇ ਧਨਵਾਨ। ਤੇ ਇਹ ਸਾਰੇ ਕੀ ਨੇ ਰਾਜੇ, ਤੁਹਾਡੇ ਪਿਛੇਤਰ ਨੇ। ਤਾਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਵੀ ਪਿਛੇਤਰ ਹੈ ਕਿ ਨਹੀਂ ਹੈਗੇ। ਪਰ ਅੱਗੇ ਜਾ ਕੇ ਤੁਹਾਨੂੰ ਮੈਂ ਕੁਝ ਸ਼ਬਦ ਦੇਣਾ, ਜਿਵੇਂ ਹੁਣ ਦੇਖੋ, ਜੇ ਮੈਂ ਇੱਥੇ ਗੱਲ ਕਰਾਂ ਜਵਾਨ ਸ਼ਬਦ ਦੀ, ਤਾਂ ਇੱਥੇ ਆਪਾਂ ਨੂੰ ਅਗਰ ਇਹਨੂੰ ਤੋੜੀਏ ਤਾਂ ਕੀ ਬਣੂਗਾ, ਜੱਜਾ ਪਲੱਸ ਵਾਣ। ਠੀਕ ਹੈ, ਜਾਂ ਦੂਜੀ ਐਂ ਤੋੜ ਲਓ, ਜੱਜਾ ਵਾਵਾ ਪਲੱਸ ਨੰਨਾ, ਜਾਂ ਜੱਜਾ ਵਾਵੇ ਨੂੰ ਕਰਨਾ। ਤਾਂ ਕਿਸੇ ਤਰ੍ਹਾਂ ਵੀ ਤੋੜ ਲਓ, ਇਹਦਾ ਕੋਈ ਨਾ ਕੋਈ ਮੀਨਿੰਗ ਨਹੀਂ ਨਿਕਲ ਰਿਹਾ। ਇਹਦਾ ਮਤਲਬ ਕੀ ਹੈ, ਪਿਛੇਤਰ ਨਹੀਂ ਹੈਗੇ, ਇਹ ਆਪਣੇ ਆਪ ਦੇ ਵਿੱਚ ਮੂਲ ਸ਼ਬਦ ਹੈ ਜਵਾਨ। ਹੈਵਾਨ ਵੀ ਇਸ ਤਰ੍ਹਾਂ ਹੀ ਹੈ, ਭਲਵਾਨ ਵੀ ਇਸ ਤਰ੍ਹਾਂ ਹੀ ਹੈ। ਤਾਂ ਭਲ ਦਾ ਵੀ ਕੋਈ ਮੀਨਿੰਗ ਨਹੀਂ ਹੈਗਾ, ਵਾਨ ਦਾ ਵੀ ਕੋਈ ਮੀਨਿੰਗ ਨਹੀਂ ਹੈਗਾ। ਤਾਂ ਕਹਿਣ ਦਾ ਮਤਲਬ ਇਹ ਕੀ ਹੋ ਜਾਣਗੇ, ਆਪਣੇ ਆਪ ਦੇ ਵਿੱਚ ਇਹਨਾਂ ਦਾ ਮੀਨਿੰਗ ਹੋਊਗਾ, ਇਹ ਪਿਛੇਤਰ ਨਹੀਂ ਹੈਗੇ। ਤਾਂ ਤੁਸੀਂ ਆਇਡੈਂਟੀਫਾਈ ਇਸ ਤਰ੍ਹਾਂ ਕਰ ਸਕਦੇ ਹੋ ਜਿਵੇਂ ਆਪਾਂ ਅਗੇਤਰ ਨੂੰ ਆਇਡੈਂਟੀਫਾਈ ਕੀਤਾ। ਹੁਣ ਪਿਛੇਤਰ ਵਾਲੇ ਕੁਝ ਸ਼ਬਦ ਤੁਹਾਨੂੰ ਮੈਂ ਦੱਸ ਦਿੰਦਾ, ਜਿਵੇਂ ਊ ਲਾ ਕੇ, ਜਿਵੇਂ ਆਪਾਂ ਕਹਿੰਦੇ ਨੇ ਕਮਾਊ, ਡਰੂ, ਤਾਰੂ, ਖਾਊ, ਤੋੜੂ, ਜੋੜੂ, ਮੋੜੂ। ਠੀਕ ਹੈ, ਊ ਲਾ ਕੇ ਪਕਾਊ, ਕਮਾਊ, ਸਜਾਊ, ਖਾਊ, ਜਾਊ, ਆਊ। ਆਈ ਦਾ ਮਤਲਬ ਬੁਰਾਈ, ਪੜ੍ਹਾਈ, ਕਮਾਈ, ਲੜਾਈ, ਲਿਖਾਈ। ਆਰੀ ਸੁਨਿਆਰੀ, ਖਿਡਾਰੀ, ਲਿਖਾਰੀ, ਲੋਹਾਰੀ। ਠੀਕ ਹੈ, ਈ ਦਾ ਮਤਲਬ ਲੰਬਾਈ, ਘਟਾਈ, ਚਟਾਈ, ਚੜਾਈ, ਲੰਬਾਈ। ਠੀਕ ਹੈ, ਜੋ ਮਰਜ਼ੀ ਲਗਾਈਓ। ਆਣੀ, ਦਰਾਣੀ, ਜਠਾਣੀ, ਮਾਸਟਰਾਣੀ, ਪੰਡਤਾਣੀ। ਠੀਕ ਹੈ, ਆਲਾ, ਸ਼ਿਵਾਲਾ, ਗਵਾਲਾ, ਹਮਾਲਾ। ਇੱਲਾ, ਚਮਕੀਲਾ, ਸ਼ਰਮੀਲਾ, ਜ਼ਹਿਰੀਲਾ, ਭੜਕੀਲਾ। ਤਾਂ ਇਹ ਜਿਹੜੇ ਹੈਗੇ ਸ਼ਬਦ ਰਹਿ ਗਏ ਤੁਹਾਡੇ ਪਿਛੇਤਰ ਦਾ ਕੰਮ ਕਰ ਰਹੇ ਆ। ਦੇਖੋ ਚਮਕੀਲਾ ਦੇ ਵਿੱਚ ਈ ਜਿਹੜੀ ਸਾਇਲੈਂਟ ਹੈ, ਚਮਕੀਲਾ, ਇੱਲਾ, ਸ਼ਰਮੀਲਾ, ਜ਼ਹਿਰੀਲਾ, ਭੜਕੀਲਾ। ਇੱਲਾ ਨਹੀਂ ਆ ਰਿਹਾ ਵਿੱਚ, ਲੱਲੇ ਨੂੰ ਕੰਨਾ ਆ ਰਿਹਾ। ਇੱਲਾ ਦਾ ਮਤਲਬ ਕੀ ਹੈ, ਲੱਲੇ ਨੂੰ ਕੰਨਾ। ਤਾਂ ਇਸ ਤਰ੍ਹਾਂ ਦੇ ਜਿਹੜੇ ਸ਼ਬਦ ਹੈਗੇ ਰਾਜੇ ਤੁਹਾਡੇ ਕੀ ਹੈ, ਪਿਛੇਤਰ ਦਾ ਕੰਮ ਕਰਦੇ ਆ। ਇਸ ਤੋਂ ਇਲਾਵਾ ਦੇਖੋ ਪਿਛੇਤਰ ਬਹੁਤ ਸਾਰੇ ਨੇ, ਜਿਵੇਂ ਆਈ ਹੈ, ਲੜਾਈ ਹੈ। ਹੁਣ ਆਈ ਪੂਰਾ ਤਾਂ ਨਹੀਂ ਆਉਂਦਾ ਹੈਗਾ, ਆਈ ਦਾ ਮਤਲਬ ਹੁੰਦਾ ਈੜੀ ਨੂੰ ਪਿਆਰੀ। ਆਈ ਆ ਦੇਖੋ, ਲੜਾ ਪਲੱਸ ਈ ਲੜਾਈ, ਲਿਖਾ ਪਲੱਸ ਈ ਲਿਖਾਈ, ਪੜਾ ਪਲੱਸ ਈ ਪੜ੍ਹਾਈ, ਕਮਾ ਪਲੱਸ ਈ ਕਮਾਈ, ਮਠਿਆ ਪਲੱਸ ਮਠਿਆਈ। ਤਾਂ ਇਹ ਚੀਜ਼ਾਂ ਯਾਦ ਰੱਖਣੀਆਂ ਨੇ। ਠੀਕ ਹੈ, ਮਿੱਠਾ ਪਲੱਸ ਈੜੀ, ਈੜੀ ਨੂੰ ਪਿਆਰੀ। ਹੁਣ ਮਿੱਠਾ ਸ਼ਬਦ ਦਾ ਕੀ ਆਪਣੇ ਆਪ ਦੇ ਵਿੱਚ ਮੀਨਿੰਗ ਹੈਗਾ, ਤੇ ਮਠਿਆਈ ਦਾ ਵੀ ਆਪਣੇ ਆਪ ਵਿੱਚ ਮੀਨਿੰਗ ਹੈਗਾ। ਤਾਂ ਕੀ ਬਣ ਗਿਆ, ਤੁਹਾਡਾ ਪਿਛੇਤਰ ਬਣ ਗਿਆ। ਆਣੀ, ਨੌਕਰਾਣੀ, ਖਤਰਾਣੀ, ਪੰਡਤਾਣੀ। ਠੀਕ ਹੈ, ਤਾਂ ਇਹ ਸਾਰਾ ਕੁਝ ਕੀ ਹੈ, ਤੁਹਾਡਾ ਜੀ ਪਿਛੇਤਰ ਹੈ। ਹੁਣ ਕੁਝ ਚੀਜ਼ਾਂ ਇਦਾਂ ਦੀਆਂ ਹੁੰਦੀਆਂ ਰਾਜੇ, ਜਿਵੇਂ ਆੜੇ ਨੂੰ ਕੰਨਾ, ਸੱਚਾ। ਠੀਕ ਹੈ, ਸੱਚਾ। ਹੁਣ ਦੇਖੋ ਤੁਸੀਂ ਕਹੋਗੇ ਸਰ ਜੀ ਆ ਸੱਚ ਹੈ ਪਲੱਸ ਆੜੇ ਨੂੰ ਕਰਨਾ ਹੈ, ਤਾਂ ਇੱਥੇ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਆਪਾਂ ਇਸ ਤਰ੍ਹਾਂ ਲਿਖਾਂਗੇ ਸੱਚਾ, ਨਹੀਂ। ਇੱਥੇ ਕੀ ਆ ਜਾਊਗਾ ਜੀ, ਸੱਚਾ ਆ ਜਾਊਗਾ। ਆ ਬੋਲ ਕੇ ਦੇਖੋ, ਸੱਚਾ। ਆੜੇ ਦੀ ਆਵਾਜ਼ ਆ ਰਹੀ ਹੈ, ਲੇਕਿਨ ਇੱਥੇ ਆਪਾਂ ਜੋ ਲਿਖਣ ਦਾ ਢੰਗ ਹੈਗਾ ਰਾਜੇ ਪੰਜਾਬੀ ਦੇ ਵਿੱਚ ਇਸ ਤਰ੍ਹਾਂ ਹੈ। ਉਹ ਕੰਨਾ, ਆੜੇ ਨੂੰ ਕੰਨਾ ਦਾ ਮਤਲਬ ਕੀ ਆ, ਆੜਾ। ਝੂਠਾ, ਜੂਠਾ, ਜੋੜਾ।
ਪਿਆਰਾ, ਬੱਚਾ, ਭੁੱਖਾ। ਤਾਂ ਇਹ ਚੀਜ਼ਾਂ ਯਾਦ ਰੱਖਣੀਆਂ ਨੇ। ਹੁਣ ਅਈ ਦੀ ਗੱਲ ਕਰ ਲਈਏ, ਅਈ ਦੇ ਵਿੱਚ ਕੀ ਆ ਜੀ, ਈੜੀ ਦੀ ਬਿਹਾਰੀ, ਠੀਕ ਹੈ। ਝਟਕਈ, ਮਲਵਈ, ਨਸ਼ਈ, ਸਰੋਈ, ਸੁਰਮਈ। ਤਾਂ ਇਹ ਕਹਿਣ ਦਾ ਮਤਲਬ ਇਹ ਜਿਹੜੇ ਹੈਗੇ ਨੇ ਥੋੜੇ ਮਿਸਲੇਨੀਅਸ ਨੇ, ਇਹਨਾਂ ਨੂੰ ਦਿਮਾਗ 'ਚ ਰੱਖ ਲਿਓ, ਇਹ ਤੁਹਾਨੂੰ ਪੁੱਛੇ ਜਾ ਸਕਦੇ ਆ। ਹੁਣ ਜਿਵੇਂ ਆਊ ਵੇਖ ਲਓ, ਠੀਕ ਹੈ ਜੀ। ਹੁਣ ਆਊ ਦੇ ਵਿੱਚ ਇਹ ਤਾਂ ਨਹੀਂ ਹੈਗਾ ਵੀ ਪਿੱਛੇ ਆਊ ਪੂਰਾ ਆਊਗਾ, ਨਹੀਂ। ਊੜੇ ਨੂੰ ਔਂਕੜ ਜਿਵੇਂ ਆਪਾਂ ਕਹਿ ਦਿੰਦੇ ਆ, ਠੀਕ ਹੈ ਜੀ, ਖੁੱਲਾ ਹੁੰਦਾ ਮੂੰਹ ਦਾ ਮਤਲਬ ਹੁੰਦਾ ਔਂਕੜ। ਔਂਕੜ ਕਹਿ ਸਕਦੇ ਆ ਜਾਂ ਹੌੜਾ ਕਹਿ ਸਕਦੇ ਆ। ਵਿਖਾਓ, ਸੁਣਾਓ, ਲਿਖਾਓ, ਪੜ੍ਹਾਓ, ਹਸਾਓ, ਲਿਆਓ, ਠੀਕ ਹੈ, ਵਰਤਾਓ। ਮਤਲਬ ਕਿ ਇਹ ਕੀ ਕਰ ਰਿਹਾ, ਹੌੜੇ ਦਾ ਕੰਮ ਕਰ ਰਿਹਾ। ਘੁਮਾਓ, ਠੀਕ ਹੈ, ਔਂਕੜ ਦਾ ਕੰਮ ਵੀ ਕਰਦਾ ਕਈ ਵਾਰੀ। ਆਊ, ਜਿਵੇਂ ਮੂੰਹ ਭੜਕਾਊ, ਠੀਕ ਹੈ ਜੀ, ਕਮਾਊ, ਨਚਾਊ, ਆਈ, ਸਖਤਾਈ, ਕੁੜਮਾਈ, ਚੁਤਰਾਈ। ਤਾਂ ਚੀਜ਼ਾਂ ਧਿਆਨ ਰੱਖਣੀਆਂ ਤੁਸੀਂ, ਇਹ ਜਿਹੜੀ ਚੀਜ਼ਾਂ ਹੈਗੀਆਂ ਮਿਸਲੇਨੀਅਸ ਨੇ ਤੁਹਾਡੇ ਵਾਸਤੇ, ਠੀਕ ਹੈ ਜੀ। ਤਾਂ ਇਸ ਤਰ੍ਹਾਂ ਆਪਾਂ ਪਿਛੇਤਰ ਦੀ ਪਛਾਣ ਕਰ ਸਕਦੇ ਹਾਂ, ਠੀਕ ਹੈ, ਬਹੁਤ ਸੌਖੇ ਢੰਗ ਨਾਲ। ਜਿਵੇਂ ਹੁਣ ਆਨਾ ਹੈ, ਤਾਂ ਆਨਾ ਇੱਥੇ ਦੇਖੋ ਕਿਵੇਂ ਬਣਿਆ, ਸ਼ੁਕਰ ਪਲੱਸ ਆਨਾ ਕੀ ਬਣ ਗਿਆ, ਸ਼ੁਕਰਾਨਾ। ਤਾਂ ਨੰਨੇ ਨੂੰ ਕਰਨਾ ਆ ਰਿਹਾ ਰਾਜੇ, ਨਾ ਕਿ ਆੜੇ ਨੂੰ ਕਰਨਾ, ਨੰਨੇ ਨੂੰ ਕਰਨਾ। ਆਵਾਜ਼ ਦੇਖਣੀ ਹੈ, ਦੇਖੋ, ਜਲਮਾਨਾ, ਸਲਾਨਾ, ਨਜ਼ਰਾਨਾ, ਦੋਸਤਾਨਾ, ਦਸਤਾਨਾ, ਮਸਤਾਨਾ, ਜੁਰਮਾਨਾ। ਤਾਂ ਕਹਿਣ ਦਾ ਮਤਲਬ ਕੀ ਹੈ ਇੱਥੇ, ਆਨੀ ਨੰਨੇ ਨੂੰ ਵਿਹਾਰੀ ਆ ਰਿਹਾ, ਜਸਮਾਨੀ, ਨੂਰਾਨੀ, ਰੂਹਾਨੀ, ਠੀਕ ਹੈ ਜੀ, ਮਰਦਾਨੀ। ਆਣੀ ਨਾਣੇ ਨੂੰ ਵਿਹਾਰੀ ਆ ਰਹੀ ਹੈ, ਦਰਾਣੀ, ਜਠਾਣੀ, ਜੇਠ ਪਲੱਸ ਆਣੀ ਜਠਾਣੀ, ਪੰਡਤ ਪਲੱਸ ਆਣੀ ਪੰਡਤਾਣੀ, ਚੌਧਰੀ ਪਲੱਸ ਆਣੀ ਚੌਧਰਾਣੀ। ਆਰਾ, ਹੁਣ ਇੱਥੇ ਆਲੇ ਨੂੰ ਕਰਨਾ ਨਹੀਂ ਆ ਰਿਹਾ, ਰਾਰੇ ਨੂੰ ਕਰਨਾ। ਵਣਜਾਰਾ, ਲਿਸ਼ਕਾਰਾ, ਚਮਕਾਰਾ, ਝਲਕਾਰਾ, ਵਰਤਾਰਾ, ਬੁਲਾਰਾ, ਹੁਲਾਰਾ, ਹੁੰਗਾਰਾ। ਆਰੀ, ਹੁਣ ਇੱਥੇ ਰਾਰੇ ਨੂੰ ਬਿਹਾਰੀ ਆ ਰਿਹਾ, ਖਿਡਾਰੀ, ਲਿਖਾਰੀ, ਵਿਖਾਰੀ। ਆੜੀ ਨੂੰ ਰਾੜੇ ਨੂੰ ਬਿਹਾਰੀ ਆ ਰਹੀ ਹੈ, ਅਗਾੜੀ, ਪਛਾੜੀ, ਦਿਹਾੜੀ। ਆਵਾ ਦੇ ਵਿੱਚ ਵੀ ਸੇਮ ਵਾਵੇ ਨੂੰ ਕਰਨਾ, ਬੁਲਾਵਾ, ਚੜਾਵਾ, ਵਿਖਾਵਾ। ਤਾਂ ਕਹਿਣ ਦਾ ਮਤਲਬ ਇਹ ਚੀਜ਼ਾਂ ਧਿਆਨ 'ਚ ਰੱਖਣੀਆਂ ਨੇ ਤੁਹਾਡੇ, ਇਹ ਤੁਹਾਡੇ ਪੜ੍ਹਨ ਵਾਲੀਆਂ ਚੀਜ਼ਾਂ ਨੇ। ਤੁਹਾਨੂੰ ਜਿਹੜੀ ਚੀਜ਼ ਮੈਂ ਸਮਝਾਉਣੀ ਸੀ ਮੈਂ ਸਮਝਾਤੀ ਹੈ। ਹੁਣ ਤੁਹਾਡਾ ਟੈਸਟ ਹੈ, ਤੁਸੀਂ ਹੁਣ ਮੈਨੂੰ ਇਹਦੇ ਵਿੱਚ ਦੱਸਣਾ ਜਿਹੜਾ ਕਲਾ ਸ਼ਬਦ ਹੈ, ਕਲਾ ਸ਼ਬਦ ਤੋਂ ਕਿਹੜਾ ਕਿਹੜਾ ਪਿਛੇਤਰ ਬਣ ਸਕਦਾ ਹੈ, ਠੀਕ ਹੈ। ਹੁਣ ਆਪਾਂ ਗੱਲ ਕਰਦੇ ਹਾਂ ਇੱਥੇ, ਆਪਾਂ ਪਿਛੇਤਰ ਕਿਵੇਂ ਕਿਵੇਂ ਚੈੱਕ ਕਰਾਂਗੇ। ਹੁਣ ਇੱਥੇ ਲਿਖਿਆ ਮੂਰਤੀ ਕਲਾ, ਜੇ ਮੈਂ ਇੱਥੇ ਮੂਰਤੀ ਪਲੱਸ ਕਲਾ ਨੂੰ ਅਲੱਗ ਕਰ ਦੇਵਾਂ ਰਾਜੇ, ਕੀ ਬਣ ਜੂਗਾ ਜੀ, ਮੂਰਤੀ ਕਲਾ। ਤੇ ਜਿਹੜਾ ਮੂਲ ਸ਼ਬਦ ਹੈ ਮੂਰਤੀ, ਉਹਦਾ ਕੋਈ ਨਾ ਕੋਈ ਮੀਨਿੰਗ ਨਿਕਲ ਰਿਹਾ। ਤਾਂ ਕਹਿਣ ਦਾ ਮਤਲਬ ਜਿਹੜਾ ਪਹਿਲਾ ਸ਼ਬਦ ਹੈਗਾ ਰਾਜੇ, ਉਹ ਕੀ ਆਪਣਾ ਕੀ ਹੈ, ਪਿਛੇਤਰ ਹੈਗਾ। ਹੁਣ ਚੁੱਟ ਕਲਾ, ਚੁੱਟ ਕਲਾ ਨੂੰ ਅਗਰ ਮੈਂ ਅਲੱਗ-ਅਲੱਗ ਕਰਦਾ ਰਾਜੇ, ਚੁੱਟ ਪਲੱਸ ਕਲਾ, ਠੀਕ ਹੈ, ਚੁੱਟ ਕਲਾ। ਲੇਕਿਨ ਜਿਹੜਾ ਮੂਲ ਸ਼ਬਦ ਹੈਗਾ ਆਪਣਾ ਕੀ ਹੈ, ਚੁੱਟ ਹੈ। ਪਰ ਚੁੱਟ ਦਾ ਕੋਈ ਨਾ ਕੋਈ ਮੀਨਿੰਗ ਨਹੀਂ ਹੈਗਾ, ਤਾਂ ਇਹ ਕੀ ਹੈ, ਤੁਹਾਡਾ ਨਹੀਂ ਹੈਗਾ ਜੀ ਪਿਛੇਤਰ। ਚਿੱਤਰ ਕਲਾ, ਚਿੱਤਰ ਕਲਾ ਕੀ ਹੈ ਜੀ, ਦੇਖੋ, ਚਿੱਤਰ ਨੂੰ ਮੈਂ ਅਲੱਗ ਕਰ ਲਿਆ ਪਲੱਸ ਕਲਾ ਨੂੰ ਮੈਂ ਅਲੱਗ ਕਰ ਲਿਆ, ਕਿਉਂਕਿ ਕਲਾ ਪਿਛੇਤਰ ਦਿੱਤਾ ਹੋਇਆ ਆਪਾਂ ਨੂੰ। ਤਾਂ ਚਿੱਤਰ ਦਾ ਆਪਣੇ ਆਪ ਦੇ ਵਿੱਚ ਕੋਈ ਨਾ ਕੋਈ ਮੀਨਿੰਗ ਹੈ। ਚਿੱਤਰ ਦਾ ਮਤਲਬ ਹੁੰਦਾ ਪਿਕਚਰ। ਤਾਂ ਕੀ ਬਣ ਗਿਆ ਜੀ, ਤੁਹਾਡਾ ਪਿਛੇਤਰ ਬਣ ਗਿਆ। ਨਵੇਕਲਾ, ਹੁਣ ਨਵੇਕਲਾ ਦੇ ਵਿੱਚ ਕੀ ਆ, ਕਲਾ ਅਗਰ ਆਪਾਂ ਅਲੱਗ ਕਰ ਲਈਏ, ਨਵੈ ਪਲੱਸ ਕਲਾ, ਤਾਂ ਨਵੇਂ ਦਾ ਮਤਲਬ ਕੋਈ ਨਵਾਂ ਨਵਾਂ ਨਹੀਂ ਹੈਗਾ, ਨਵੇਂ ਹੈ, ਨਵੇਂ। ਤਾਂ ਨਵੇਂ ਦਾ ਕੋਈ ਨਾ ਕੋਈ ਮੀਨਿੰਗ ਨਹੀਂ ਹੈਗਾ। ਤਾਂ ਕਹਿਣ ਦਾ ਮਤਲਬ ਜਿਹੜੀ ਚਿੱਤਰ ਕਲਾ ਹੋ ਗਿਆ ਤੇ ਮੂਰਤੀ ਕਲਾ ਹੋ ਗਿਆ, ਇਹ ਕਲਾ ਸ਼ਬਦ ਤੋਂ ਕੀ ਬਣੇ ਹੋਏ ਆ, ਪਿਛੇਤਰ ਬਣੇ ਹੋਏ ਆ। ਤਾਂ ਇਸ ਤਰ੍ਹਾਂ ਤੁਸੀਂ ਆਇਡੈਂਟੀਫਾਈ ਕਰਨਾ। ਹੁਣ ਕਾਰੀ, ਤੁਸੀਂ ਆਪਣੇ ਆਪ ਦੇਖੋ, ਵੀਡੀਓ ਨੂੰ ਇੱਥੇ ਪਾਊਜ਼ ਕਰਨਾ ਹੈ। ਜੇ ਤੁਸੀਂ ਸਿਆਣੇ ਬੱਚੇ ਹੋ, ਤੁਸੀਂ ਤਿਆਰੀ ਕਰ ਰਹੇ ਹੋ, ਇੱਥੇ ਵੀਡੀਓ ਨੂੰ ਪਾਊਜ਼ ਕਰ ਲਿਓ। ਹੁਣ ਕਾਰੀ ਤੋਂ ਬਣਾ ਕੇ ਦੇਖ ਲਓ, ਪਿੱਚ ਪਲੱਸ ਕਾਰੀ, ਪਿੱਚ ਪਲੱਸ ਕਾਰੀ, ਪਿੱਚ ਪਲੱਸ ਕਾਰੀ, ਠੀਕ ਹੈ, ਇਸ ਤਰ੍ਹਾਂ ਕਰਨਾ। ਗੁਣਕਾਰੀ, ਹੁਣ ਪਿੱਚ ਪਲੱਸ ਕਾਰੀ, ਗੁਣਕਾਰੀ, ਫੁਲਕਾਰੀ, ਚਟਕਾਰੀ, ਠੀਕ ਹੈ ਜੀ। ਤਾਂ ਇਹ ਜਿਹੜੇ ਸ਼ਬਦ ਹੈਗੇ ਤੁਸੀਂ ਚੈੱਕ ਕਰਨਾ, ਇਹਦੇ ਵਿੱਚੋਂ ਕਿਹੜਾ ਬਣਦਾ ਕਿਹੜਾ ਨਹੀਂ ਬਣਦਾ। ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ, ਹਨਾ, ਕਿਹੜਾ ਪਿਛੇਤਰ ਬਣਿਆ ਕਿਹੜਾ ਨਹੀਂ ਬਣਿਆ। ਹੁਣ ਮੈਂ ਕੁਝ ਕੁਐਸਚਨ ਇਦਾਂ ਦੇ ਆ ਜਿਹੜੇ ਤੁਹਾਨੂੰ ਐਗਜ਼ਾਮ 'ਚ ਦੇਖਣ ਨੂੰ ਮਿਲਣਗੇ। ਜ਼ਿਆਦਾਤਰ ਇਹ ਕੁਐਸਚਨ ਆਉਂਦੇ ਹੁੰਦੇ ਵੀ ਹੇਠ ਵਿੱਚੋਂ ਅਗੇਤਰ ਪਿਛੇਤਰ ਕਿਹੜਾ ਹੈਗਾ, ਲੇਕਿਨ ਮੈਂ ਤੁਹਾਨੂੰ ਡਿਫਰੈਂਟ ਢੰਗ ਦੇ ਕੁਐਸਚਨ ਪਾਏ ਆ। ਪੜਦਾਦਾ ਦੇ ਵਿੱਚ ਕਹਿੰਦਾ ਜੀ ਕਿਹੜਾ ਅਗੇਤਰ ਵਰਤਿਆ ਗਿਆ, ਮੈਂ ਤੁਹਾਨੂੰ ਅਗੇਤਰ ਪੁੱਛ ਰਿਹਾ ਇੱਥੇ, ਠੀਕ ਹੈ ਜੀ। ਪੜਦਾਦਾ ਦੇ ਵਿੱਚ ਕਿਹੜਾ ਅਗੇਤਰ ਹੈ, ਤੁਸੀਂ ਹੁਣ ਪੜਦਾਦਾ ਨੂੰ ਅਗਰ, ਠੀਕ ਹੈ ਜੀ, ਅਗੇਤਰ ਕੱਢਣਾ ਤਾਂ ਤੁਸੀਂ ਇੱਕ ਸ਼ਬਦ ਦੇਖਣਾ, ਮੂਲ ਸ਼ਬਦ ਕਿਹੜਾ ਬਣਦਾ। ਹੁਣ ਆਪਾਂ ਇਹਨੂੰ ਕੀ ਤੋੜਨ ਦਾ ਢੰਗ ਵੱਖਰਾ ਵੱਖਰਾ ਹੈ। ਪਹਿਲਾਂ ਤਾਂ ਦੋ ਦੋ ਜੋੜਿਆਂ 'ਚ ਤੋੜਾਂਗੇ ਆਪਾਂ, ਪੜ ਪਲੱਸ ਦਾਦਾ। ਤਾਂ ਇਸ ਤਰ੍ਹਾਂ ਜੋੜਾਂਗੇ, ਫਿਰ ਆਪਾਂ ਚੈੱਕ ਕਰਾਂਗੇ ਯਾਰ ਇਹ ਇਕੱਲਾ ਮੀਨਿੰਗ ਦਾ ਮੀਨਿੰਗ ਨਿਕਲ ਰਿਹਾ, ਦਾਦੇ ਦਾ ਮੀਨਿੰਗ ਨਿਕਲ ਰਿਹਾ। ਦਾਦੇ ਦਾ ਮਤਲਬ ਪਤਾ ਹੀ ਹੈ ਤੁਹਾਨੂੰ ਕੀ ਹੁੰਦਾ, ਗ੍ਰੈਂਡਫਾਦਰ। ਤਾਂ ਇਹਦੇ ਆਪਾਂ ਸੌਖੇ ਢੰਗ ਨਾਲ ਕਹਿ ਸਕਦੇ ਹਾਂ ਜਿਹੜਾ ਅੱਗੇ ਸ਼ਬਦ ਲੱਗ ਰਿਹਾ ਉਹਦਾ ਕੀ ਲੱਗ ਰਿਹਾ, ਪੜ ਲੱਗ ਰਿਹਾ। ਤਾਂ ਆਪਣਾ ਆਨਸਰ ਕੀ ਆ ਜਾਊਗਾ, ਇਹ ਆ ਜਾਊਗਾ। ਜੇ ਆਨਸਰ ਨਹੀਂ ਆਉਂਦਾ ਫਿਰ ਆਪਾਂ ਪਹਿਲੇ ਤਿੰਨ ਅੱਖਰ ਤੋੜਾਂਗੇ, ਪੜ, ਇਦਾਂ, ਠੀਕ ਹੈ ਜੀ, ਇਦਾਂ। ਪੜਦਾ ਪਲੱਸ ਦਾਦਾ, ਪੜਦਾ ਦਾਦਾ। ਤਾਂ ਇਹ ਆਪਾਂ ਅਗੇਤਰ ਦੇਖਣਾ ਸੀਗਾ, ਤਾਂ ਲੇਕਿਨ ਅਗੇਤਰ ਨਹੀਂ ਬਣਦਾ, ਠੀਕ ਹੈ ਜੀ। ਤਾਂ ਇਸ ਤਰ੍ਹਾਂ ਆਪਾਂ ਤੋੜ ਕੇ ਦੇਖਣੇ ਆ, ਪਹਿਲਾਂ ਦੋ ਦੋ ਦੇ ਵਿੱਚ ਫਿਰ ਤਿੰਨ ਤਿੰਨ ਦੇ ਵਿੱਚ ਤੋੜ ਕੇ ਦੇਖਣੀ ਆ। ਤਾਂ ਇੱਥੇ ਸਿੰਪਲ ਸੀਗਾ ਤੇ ਬਿਲਕੁਲ ਸਿੰਪਲ ਪਾਇਆ ਤੁਹਾਨੂੰ ਮੈਂ ਸਮਝਾਉਣ ਵਾਸਤੇ। ਤਾਂ ਪੜਦਾਦਾ ਦਾ ਕੀ ਆ ਜਾਊਗਾ, ਪੜ ਆ ਜਾਊਗਾ। ਹੁਣ ਪਰਉਪਕਾਰ ਦੇ ਵਿੱਚ, ਹੁਣ ਦੇਖੋ ਸਿੰਪਲ ਆਪਾਂ ਪਰ ਉਪਕਾਰ, ਉਪਕਾਰ ਜਿਹੜਾ ਸ਼ਬਦ ਹੈਗਾ ਰਾਜੇ ਉਹਦਾ ਮਤਲਬ ਹੁੰਦਾ ਭਲਾ ਕਰਨਾ, ਉਪਕਾਰ, ਠੀਕ ਹੈ ਜੀ। ਹੁਣ ਇਹਦੇ ਅੱਗੇ ਕੀ ਲਾਤਾ ਮੈਂ, ਪਰ ਲਾਤਾ। ਤਾਂ ਪਰ ਕੀ ਹੋ ਗਿਆ ਜੀ, ਤੁਹਾਡਾ ਅਗੇਤਰ ਹੋ ਗਿਆ। ਤਾਂ ਪਰ ਕੀ ਹੋ ਗਿਆ ਜੀ, ਆਪਣਾ ਅਗੇਤਰ ਹੋ ਗਿਆ। ਇਹ ਤਾਂ ਬਹੁਤ ਸੌਖੇ ਪਾ ਰਿਹਾ ਤੁਹਾਨੂੰ ਮੈਂ, ਇਦਾਂ ਦੇ ਐਗਜ਼ਾਮ 'ਚ ਨਹੀਂ ਆਉਂਦੇ ਵੈਸੇ, ਪਰ ਕਈ ਵਾਰ ਸੌਖੇ ਵੀ ਆ ਜਾਂਦੇ ਆ। ਹੁਣ ਜਿਹੜਾ ਭਿਖਾਰੀ ਸ਼ਬਦ ਆ, ਹੁਣ ਦੇਖੋ ਭਿਖਾਰੀ, ਭਿਖਾਰੀ ਸ਼ਬਦ ਦੇ ਵਿੱਚ ਹੁਣ ਪਿਛੇਤਰ ਲੱਭਣਾ ਰਾਜੇ, ਧਿਆਨ ਰੱਖਣਾ ਅਗੇਤਰ ਪਿਛੇਤਰ ਦੇ ਵਿੱਚ। ਹੁਣ ਭਿਖਾਰੀ ਦੇ ਵਿੱਚ ਆਪਾਂ ਦੇਖ ਲਈਏ, ਅਗਰ ਸਿੰਪਲ ਆਪਾਂ ਗੱਲ ਕਰੀਏ, ਤੁਹਾਨੂੰ ਮੈਂ ਪੜ੍ਹਾ ਕੇ ਗਿਆ,
ਤਾਂ ਕੀ ਆਊਗਾ ਹੁਣ ਦੇਖੋ, ਭਿਖਾਰੀ ਨੂੰ ਆਪਾਂ ਅਗਰ ਤੋੜੀਏ, ਭੱਬੇ ਨੂੰ ਸਿਹਾਰੀ ਪਲੱਸ ਪਿੱਛੇ ਨੂੰ ਪਿੱਛੇ ਕੀ ਆ ਜਾਊਗਾ ਆਰੀ, ਪਿੱਛੇ ਕੀ ਆ ਜਾਊਗਾ ਰਾਜੇ ਆਰੀ, ਕਿਉਂਕਿ ਤੁਹਾਨੂੰ ਮੈਂ ਦੱਸਿਆ ਸੀਗਾ ਇੱਥੇ ਕੀ ਹੈ ਜੀ ਸਾਇਲੈਂਟ ਹੈ, ਤਾਂ ਇਹ ਕੀ ਬਣ ਜਾਊਗਾ ਜੀ ਤੁਹਾਡਾ ਭਿਖਾਰੀ ਬਣ ਜਾਊਗਾ, ਜਾਂ ਭਿੱਖ ਲਿਖ ਦਿਓ ਇੱਥੇ, ਭਿੱਖ ਪਲੱਸ ਆਰੀ, ਭਿੱਖ ਆਰੀ। ਠੀਕ ਹੈ ਜੀ, ਆਰੀ ਦਾ ਮਤਲਬ ਕੀ ਆ ਇੱਥੇ ਰਾਰੇ ਨੂੰ ਬਿਹਾਰੀ, ਤਾਂ ਜਿਹੜੇ ਇੱਥੇ ਆਰੀ ਸ਼ਬਦ ਹੈ ਰਾਜੇ ਉਹ ਕੀ ਬਣ ਗਿਆ ਤੁਹਾਡਾ ਪਿਛੇਤਰ ਬਣ ਗਿਆ। ਤਾਂ ਦੇਖੋ ਔਖਾ ਸ਼ਬਦ ਸੀਗਾ ਤੁਹਾਡੇ ਵਾਸਤੇ, ਭਿੱਖ ਦਾ ਮਤਲਬ ਹੁੰਦਾ ਭਿੱਖਿਆ ਮੰਗਣੀ, ਪਲੱਸ ਆਰੀ ਸ਼ਬਦ ਕੀ ਬਣ ਗਿਆ, ਉਹਦੇ ਪਿੱਛੇ ਪਿਛੇਤਰ ਲਾ ਕੇ ਉਹਨੇ ਨਵਾਂ ਸ਼ਬਦ ਬਣਾਤਾ ਕਮਾਊ। ਇਹ ਤਾਂ ਬਹੁਤ ਸੌਖਾ ਰਾਜੇ, ਕਮਾਊ, ਕਮਾ ਰਹੇ ਆ ਪਲੱਸ ਊ, ਕਮਾ ਰਹੇ ਆ, ਕਮਾ ਦਾ ਮਤਲਬ ਕੀ ਹੈ ਮੂਲ ਸ਼ਬਦ ਹੈ, ਇਹਦਾ ਕੋਈ ਨਾ ਕੋਈ ਮੀਨਿੰਗ ਹੈ, ਜਿਹੜਾ ਉੱਥੇ ਸ਼ਬਦ ਬਣ ਰਿਹਾ ਕਮਾਊ ਉਹਦਾ ਵੀ ਮੀਨਿੰਗ ਹੈਗਾ, ਤਾਂ ਕਮਾ ਪਲੱਸ ਊ। ਠੀਕ ਹੈ ਜੀ, ਜਿਹੜਾ ਊ ਸ਼ਬਦ ਹੈਗਾ ਉਹ ਕੀ ਕਰ ਰਿਹਾ, ਇਹਨੂੰ ਪਿਛੇਤਰ ਦੇ ਤੌਰ ਤੇ ਵਰਤਿਆ ਜਾ ਰਿਹਾ ਹੈ। ਠੀਕ ਹੈ ਜੀ, ਇਹ ਤਾਂ ਬਹੁਤ ਸੌਖਾ ਹੈ। ਲਾਸਟ ਆਪਾਂ ਦੇਖਦੇ ਹਾਂ ਜੀ ਸੰਦੂਕੜੀ। ਸੰਦੂਕੜੀ ਦੇ ਵਿੱਚ ਕਿਹੜਾ ਪਿਛੇਤਰ ਵਰਤਿਆ ਗਿਆ ਰਾਜੇ, ਸਿੰਪਲ ਹੈ, ਤੁਹਾਨੂੰ ਪਤਾ ਵੀ ਸੰਦੂਕ ਦਾ ਕੋਈ ਨਾ ਕੋਈ ਮੀਨਿੰਗ ਹੁੰਦਾ, ਸੰਦੂਕ ਆਪਣੇ ਆਪ ਦੇ ਵਿੱਚ ਕੀ ਹੁੰਦਾ ਇੱਕ ਵੱਡੀ ਚੀਜ਼, ਤੇ ਸੰਦੂਕੜੀ ਕੀ ਹੋ ਗਿਆ ਰਾਜੇ ਤੁਹਾਡੀ ਰਾੜੇ ਨੂੰ ਬਿਹਾਰੀ ਛੋਟੀ ਚੀਜ਼ ਹੋ ਗਈ, ਸੰਦੂਕ ਤੋਂ ਛੋਟੀ ਜਿਹੜੀ ਹੁੰਦੀ ਹੈ ਜਿਵੇਂ। ਠੀਕ ਹੈ ਜੀ, ਤਾਂ ਸੰਦੂਕੜੀ ਬਣ ਗਿਆ, ਤਾਂ ਕੀ ਬਣ ਗਿਆ ਜੀ ਆਪਣਾ ਸੰਦੂਕੜੀ ਸ਼ਬਦ ਬਣ ਗਿਆ, ਤੇ ਇੱਥੇ ਜਿਹੜਾ ਪਿਛੇਤਰ ਕਿਹੜਾ ਵਰਤਿਆ ਗਿਆ ਰਾੜੇ ਨੂੰ ਬਿਹਾਰੀ ਵਰਤਿਆ ਗਿਆ। ਤਾਂ ਇਸ ਤਰ੍ਹਾਂ ਦੇ ਕੁਐਸਚਨ ਆਉਣਗੇ, ਚਿੰਤਾ ਨਹੀਂ ਕਰਨੀ ਗੀ, ਤੁਹਾਨੂੰ ਮੈਂ ਰੂਲ ਦੱਸਤਾ। ਆ ਹੈਗਾ ਜੀ ਤੁਹਾਡਾ ਕੁਐਸਚਨ ਦਾ ਟੈਸਟ, ਇੱਕ ਮੈਂ ਉੱਪਰ ਕੁਐਸਚਨ ਪੁੱਛਿਆ, ਇੱਕ ਮੈਂ ਲਾਸਟ ਦੇ ਵਿੱਚ ਪੁੱਛਿਆ ਮਲਵਈ ਦੇ ਵਿੱਚ ਕਿਹੜਾ ਪਿਛੇਤਰ ਵਰਤਿਆ ਗਿਆ। ਬੜਾ ਧਿਆਨ ਦੇ ਨਾਲ ਤੁਸੀਂ ਇਹਦਾ ਉੱਤਰ ਦੇਣਾ, ਥੋੜਾ ਜਿਹਾ ਟੇਢਾ ਸਵਾਲ ਹੈ। ਮਲਵਈ ਦੇ ਵਿੱਚ ਕਿਹੜਾ ਪਿਛੇਤਰ ਵਰਤਿਆ ਗਿਆ, ਅਈ ਵਰਤਿਆ ਗਿਆ, ਈ ਵਰਤਿਆ ਗਿਆ, ਲਵੀ ਵਰਤਿਆ ਗਿਆ, ਵਹੀ ਵਰਤਿਆ ਗਿਆ। ਤਾਂ ਦੇਖੋ ਜੇ ਤਾਂ ਤੁਸੀਂ ਕਲਾਸ ਦੇਖੀ ਹੈ ਪੂਰੇ ਸਹੀ ਢੰਗ ਦੇ ਨਾਲ, ਜੇ ਤੁਸੀਂ ਇਮਾਨਦਾਰੀ ਨਾਲ ਆਪਣੀ ਤਿਆਰੀ ਕਰ ਰਹੇ ਹੋ ਤਾਂ ਜਰੂਰ ਜਵਾਬ ਦੇ ਕੇ ਜਾਇਓ, ਫਿਰ ਮੈਂ ਚੈੱਕ ਕਰੂੰਗਾ, ਅਦਰਵਾਈਜ਼ ਫਿਰ ਐਗਜ਼ਾਮ ਦੇ ਵਿੱਚ ਗਲਤ ਕਰਕੇ ਆਉਂਗੇ, ਉੱਥੇ ਤੁਹਾਨੂੰ ਕੋਈ ਰੀਟੇਕ ਦਾ ਮੌਕਾ ਨਹੀਂ ਮਿਲੂਗਾ, ਇੱਥੇ ਤਾਂ ਰੀਟੇਕ ਦਾ ਮੌਕਾ ਮਿਲ ਜੂਗਾ। ਤੇ ਸ਼ੁਕਰੀਆ ਬੇਟੇ, ਪੰਜਾਬ ਜੀਕੇ ਵਾਸਤੇ ਬਹੁਤ ਬੱਚੇ ਕਹਿ ਰਹੇ ਆ ਸਰ ਪੰਜਾਬ ਜੀਕੇ ਦੀ ਵੀਡੀਓ ਨਹੀਂ ਆ ਰਹੀ, ਕੋਸ਼ਿਸ਼ ਕਰਦੇ ਆ ਬੇਟੇ, ਸੈਟਿੰਗ ਨਹੀਂ ਹੋ ਰਹੀਗੀ, ਕੋਸ਼ਿਸ਼ ਪੂਰੀ ਹੈ। ਤਾਂ ਜਲਦੀ ਲੈ ਕੇ ਆਵਾਂਗੇ ਤੁਹਾਡੇ ਵਾਸਤੇ ਸੂਫੀਜ਼ਮ ਦੀ ਨੈਕਸਟ ਵੀਡੀਓ। ਪਲੀਜ਼ ਜੇ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਦਾ ਬਟਨ ਤੇ ਕਮੈਂਟ ਜ਼ਰੂਰ ਕਰਨਾ ਤੇ ਸ਼ੇਅਰ ਕਰ ਦਿਆ ਕਰੋ, ਤੇ ਜਿਹੜੇ ਬੱਚੇ ਚੈਨਲ ਤੇ ਨਵੇਂ ਨੇ ਪਲੀਜ਼ ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਨਵੇਂ ਵੀਡੀਓ ਦੇਖਣ ਵਾਸਤੇ, ਆਪਣੇ ਪੇਪਰ ਦੀ ਤਿਆਰੀ ਕਰਨ ਵਾਸਤੇ। ਤਾਂ ਸ਼ੁਕਰੀਆ ਜੀ, ਧੰਨਵਾਦ। ਸਰਬਤ ਦਾ ਭਲਾ ਬਾਬਾ ਮਿਹਰ ਕਰੇ, ਸਭ ਨੂੰ ਤੰਦਰੁਸਤੀਆਂ ਬਖਸ਼ੇ, ਚੜ੍ਹਦੀ ਕਲਾ ਚ ਰਹੋ, ਤਿਆਰੀ ਕਰਦੇ ਰਹੋ, ਬਾਬਾ ਤੁਹਾਨੂੰ ਸਫਲਤਾਵਾਂ ਬਖਸ਼ੇ।